मैं मता पढ़िया आ, जिन्ना मैं पढ़िया वो मैंशन नहीं हो रहा कि ये किस परपज़ लिए दी है। जिदा पंच ने इन्हां दे नाल उन्हां दे साइन होंदे ने, इकल्ला सरपंच किवें कर सकदा है? बस के गलियां नालियां दे मते पाने आ भी ਉਹਦੇ ਕਾਰਨ ਹੀ ਮਤਲਬ ਅਸੀਂ ਸਾਈਨ ਕੀਤੇ ਸੀ। ਸਾਨੂੰ ਇਹ ਨਹੀਂ ਸੀ ਪਤਾ ਵੀ ਸਾਡੇ ਨਾਲ ਇਹ ਇੰਨਾ ਬੜਾ ਧੋਖਾ ਕਰ ਰਹੇ ਆ। ਕਿਸੇ ਵੀ ਬੰਦੇ ਨੂੰ ਨਹੀਂ ਪਤਾ ਹੈਗਾ ਵੀ ਇੱਥੇ ਕੀ ਹੋ ਰਿਹਾ ਆ। ਹਾਂਜੀ, ਲੋਕਡਾਊਨ ਦੇ ਵਿੱਚ ਇਹਨਾਂ ਨੇ ਲੋਕਡਾਊਨ ਦਾ ਫਾਇਦਾ ਉਠਾ ਕੇ ਤੇ ਇਹ ਸਾਰਾ ਕੁਝ ਹੀ ਕਰ ਲਿਆ। ਹਾਂਜੀ, ਇੱਕ ਪਾਸੇ ਪ੍ਰਾਈਵੇਟ ਸੈਕਟਰਾਂ ਨੂੰ ਆਪਣੇ ਖੇਤਾਂ 'ਚ ਭਜਾਉਣ ਦੇ ਲਈ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹੋਏ ਨੇ, ਤੁਹਾਡੇ ਪਿੰਡੋਂ ਵੀ ਸ਼ਾਇਦ ਲੋਕ ਬੈਠੇ ਹੋਣਗੇ ਉੱਥੇ ਜਾ ਕੇ, ਤਾਂ ਦੂਜੇ ਪਾਸੇ ਤੁਸੀਂ ਖੁਦ ਹੀ ਪੰਚਾਇਤੀ ਜ਼ਮੀਨ ਜਿਹੜੀ ਉਹ ਪ੍ਰਾਈਵੇਟ ਹੱਥਾਂ 'ਚ ਦੇ ਰਹੇ ਹੋ, ਤਾਂ ਕੀ ਬਾਕੀ ਲੋਕ ਕਿਉਂ ਨਹੀਂ ਆਵਾਜ਼ ਇਹਦੇ ਖਿਲਾਫ ਉਠਾ ਰਹੇ? ਸੈਕਟਰੀ ਸਾਹਿਬ, ਤੁਹਾਡਾ ਕੀ ਕਹਿਣਾ, ਕਿਉਂਕਿ ਇਲਜ਼ਾਮ ਤੁਹਾਡੇ ਤੇ ਲੱਗ ਰਹੇ ਨੇ, ਕਹਿੰਦੇ ਨੇ ਕਿ ਸੈਕਟਰੀ ਤੇ ਮਹਿਲਾ ਸਰਪੰਚ ਨੇ ਮਿਲੀ ਭੁਗਤ ਦੇ ਨਾਲ ਜਿਹੜਾ ਉਹ ਪਿੰਡ ਦੀ ਜ਼ਮੀਨ ਕੋਡੀਆਂ ਦੇ ਭਾਅ ਦੇ ਦਿੱਤੀ। ਕੋਈ ਮਿਲੀ ਭੁਗਤ ਨਹੀਂ, ਪੰਚਾਇਤ ਦਾ ਕੱਲਾ ਮਤ ਆਇਆ ਜੀ। ਪੰਚਾਇਤੀ ਜ਼ਮੀਨ ਦੇ ਵਿੱਚ ਇਸ ਤਰੀਕੇ ਦੇ ਨਾਲ ਕੰਸਟਰਕਸ਼ਨ ਕੀਤੀ ਜਾ ਸਕਦੀ ਹੈ? ਨਹੀਂ ਕੀਤੀ ਜਾ ਸਕਦੀ ਜੀ। ਇੱਥੇ ਕਹਿੰਦੇ ਨੇ ਕਿ ਫਗਵਾੜੇ ਸ਼ਹਿਰ ਦਾ ਸਾਰਾ ਮਲਬਾ ਲਿਆ ਕੇ ਇੱਥੇ ਪਾ ਦਿੱਤਾ ਗਿਆ ਹੈ, ਇਹ ਤਾਂ ਵਾਹੀਯੋਗ ਜ਼ਮੀਨ ਰਹੀ ਨਹੀਂ ਸੈਕਟਰੀ ਸਾਹਿਬ। ਹੁਣ ਜੇਕਰ ਕੋਈ ਇਦਾਂ ਦੀ ਦਿੱਕਤ ਸੀ ਤਾਂ ਆਪਾਂ ਦੇਖੋ ਪੰਚਾਇਤ ਮੌਕੇ ਦੀ ਹੈ, ਪੰਚਾਇਤ ਰੋਕ ਵੀ ਸਕਦੀ ਆ, ਪੰਚਾਇਤ ਹਟਾ ਵੀ ਸਕਦੀ ਆ। ਪੰਚਾਇਤ ਉਸ ਚੀਜ਼ ਦਾ ਆਬਜੈਕਸ਼ਨ ਲਾਉਣਾ ਚਾਹੀਦਾ ਸੀਗਾ ਵੀ ਇਹ ਆਹ ਕੰਮ ਕਰ ਰਹੇ ਆ। ਇੱਕ ਚੀਜ਼ ਤੁਸੀਂ ਮੰਨਦੇ ਹੋ ਕਿ ਇਕੱਲੀ ਸਰਪੰਚ ਦੀ ਗਲਤੀ ਨਹੀਂ, ਫਿਰ ਪੂਰੇ ਪਿੰਡ ਦੀ ਗਲਤੀ ਮੰਨੀ ਜਾ ਸਕਦੀ, ਕਿਉਂਕਿ ਪੂਰਾ ਪਿੰਡ ਦੇਖਦਾ ਰਿਹਾ ਜਦੋਂ ਕੰਸਟਰਕਸ਼ਨ ਹੁੰਦੀ ਰਹੀ, ਉਦੋਂ ਕੋਈ ਬੋਲਿਆ ਨਹੀਂ। ਵੈਸੇ ਤਾਂ ਪਿੰਡ ਦੇ ਸਰਪੰਚ ਦਾ ਕੰਮ ਹੁੰਦਾ ਹੈ ਪਿੰਡ ਦੀ ਤਰੱਕੀ ਕਰਨਾ, ਪਿੰਡ ਦੇ ਲੋਕਾਂ ਦਾ ਸਮੱਸਿਆਵਾਂ ਦਾ ਹੱਲ ਕਰਨਾ, ਪਿੰਡ ਨੂੰ ਤਰੱਕੀ ਵੱਲ ਲੈ ਕੇ ਜਾਣਾ। ਪਰ ਜਿਸ ਪਿੰਡ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ, ਉੱਥੋਂ ਦੀ ਮਹਿਲਾ ਸਰਪੰਚ ਦੇ ਉੱਪਰ ਪਿੰਡ ਦੀ ਪੰਚਾਇਤ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਕਿ ਪਿੰਡ ਦੀ ਪੰਚਾਇਤੀ ਜ਼ਮੀਨ ਜਿਹੜੀ ਹੈ ਉਹ ਪ੍ਰਾਈਵੇਟ ਕੰਪਨੀ ਇੱਕ ਨੂੰ ਕੋਡੀਆਂ ਦੇ ਭਾਅ ਦੇ ਦਿੱਤੀ ਗਈ ਹੈ। ਇਸ ਸਮੇਂ ਅਸੀਂ ਫਗਵਾੜਾ ਦੇ ਵਿਰਕ ਪਿੰਡ ਦੇ ਵਿੱਚ ਮੌਜੂਦ ਹਾਂ, ਉੱਥੋਂ ਦੀ ਪੰਚਾਇਤੀ ਜ਼ਮੀਨ ਦੇ ਵਿੱਚ ਖੜੇ ਹਾਂ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ। ਪਹਿਲਾਂ ਇਹ ਪਿੰਡ ਦੀ ਕੁਝ ਪੰਚਾਇਤੀ ਜ਼ਮੀਨ ਆ ਜਿੱਥੇ ਇੱਕ ਪ੍ਰਾਈਵੇਟ ਕੰਪਨੀ ਦੇ ਵੱਲੋਂ ਜਿਹੜੇ ਨੇ ਉਹ ਪਲਾਂਟ ਤਿਆਰ ਕੀਤੇ ਜਾ ਰਹੇ ਨੇ। ਕਿਹਾ ਜਾ ਰਿਹਾ ਹੈ ਕਿ ਇੱਥੇ ਇੱਕ ਪ੍ਰਾਈਵੇਟ ਕੰਪਨੀ ਦੇ ਵੱਲੋਂ ਖੁੰਭਾਂ ਦਾ ਫਾਰਮ ਤਿਆਰ ਕੀਤਾ ਜਾ ਰਿਹਾ ਹੈ, ਪਰ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਇਹ ਕੋਡੀਆਂ ਦੇ ਭਾਅ ਜਿਹੜੀ ਜ਼ਮੀਨ ਹੈ ਉਹ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤੀ ਗਈ ਹੈ ਅਤੇ ਸਰਪੰਚ ਜਿਹੜੀ ਮਹਿਲਾ ਸਰਪੰਚ ਆ ਉਹਦੇ ਵੱਲੋਂ ਕੁਝ ਅਫਸਰਾਂ ਦੇ ਨਾਲ ਮਿਲ ਕੇ ਜਿਹੜੀ ਆ ਉਹ ਪੰਚਾਂ ਦੇ ਨਾਲ ਧੋਖਾਧੜੀ ਕਰਕੇ ਜਿਹੜੀ ਆ ਇਹ ਜ਼ਮੀਨ ਇੱਕ ਪ੍ਰਾਈਵੇਟ ਕੰਪਨੀ ਨੂੰ ਕੋਡੀਆਂ ਦੇ ਭਾਅ ਦੇ ਦਿੱਤੀ ਗਈ ਹੈ। ਪਰ ਇਹਦੇ ਵਿੱਚ ਇਤਰਾਜ਼ ਕੀ ਹੈ, ਕਿਉਂ ਪਿੰਡ ਦੇ ਲੋਕਾਂ ਦੇ ਵੱਲੋਂ ਇਤਰਾਜ਼ ਜ਼ਾਹਰ ਕੀਤਾ ਜਾ ਰਿਹਾ, ਕੀ ਧੋਖਾ ਕੀਤਾ ਮਹਿਲਾ ਸਰਪੰਚ ਦੇ ਵੱਲੋਂ, ਇਹਦੇ ਬਾਰੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਪਿੰਡ ਦੇ ਨੰਬਰਦਾਰ ਅਤੇ ਮਹਿਲਾ ਪੰਚ ਮੌਜੂਦ ਹੈਗੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ, ਕੀ ਮਾਮਲਾ ਕੀ ਹੈ ਪੂਰਾ, ਕਿਉਂ ਇਤਰਾਜ਼ ਹੈ, ਇਹ ਪ੍ਰਾਈਵੇਟ ਕੰਪਨੀ ਨੂੰ ਕਦੋਂ ਦੀ ਜ਼ਮੀਨ ਦਿੱਤੀ ਗਈ ਹੈ ਤੇ ਕਿਹੜੇ ਭਾਅ ਤੇ ਦਿੱਤੀ ਹੈ? ਇਹ ਸੁਣਨ ਵਿੱਚ ਆਇਆ ਕਿ ਲਗਭਗ 1 ਸਾਲ ਤੋਂ ਥੋੜ੍ਹਾ ਅਰਸਾ ਉੱਪਰ ਹੋ ਗਿਆ ਹੈ। ਪਿਛਲੇ ਸਾਲ ਲੋਕਡਾਊਨ ਦੇ ਦਿਨਾਂ ਵਿੱਚ ਹੀ ਇਹ ਕਾਰਵਾਈ ਹੋਈ ਹੈ ਤੇ ਧਿਆਨ ਵਿੱਚ ਤਾਂ ਸਾਡੇ ਉਸ ਪਿਛਲੇ ਸਾਲ ਤੋਂ ਹੀ, ਪਰ ਅਸੀਂ ਜਦੋਂ ਪੁੱਛਦੇ ਸੀ, ਮੈਂ ਪੁੱਛਦਾ ਜਾਂ ਪੰਚ ਸਾਹਿਬਾਨ ਪੁੱਛਦੇ ਸੀ ਜਾਂ ਪਿੰਡ ਦੇ ਹੋਰ ਮੋਹਤਵਰ ਜਿਹੜੇ ਕਿ ਬਾਕੀ ਪਿੰਡ ਦੀ ਜ਼ਮੀਨ ਦੀ ਬੋਲੀ ਦਿੰਦੇ ਆ, ਵੀ ਉਹ ਕਹਿ ਰਹੇ ਸੀ ਕਿ ਇੱਥੇ ਕੰਸਟਰਕਸ਼ਨ ਵਗੈਰਾ ਸ਼ੁਰੂ ਕਰ ਦਿੱਤੀ ਆ, ਭਰਤੀ ਪਾਉਣ ਲੱਗ ਪਏ ਆ, ਇੱਟਾਂ ਰੋੜੇ ਸਿੱਟੇ ਆ, ਕਿਉਂ ਸਿੱਟੇ ਆ? ਉਹ ਕਹਿੰਦੇ ਸੀ ਜੀ ਇਹਦੀ ਬੋਲੀ ਹੋ ਚੁੱਕੀ ਹੈ। ਉਹ ਕਹਿੰਦੇ ਬੋਲੀ ਕਰਾਈ ਕਹਿੰਦੇ ਜੀ SDM ਸਾਹਿਬ ਥਰੂ ਜਾਂ BDO ਸਾਹਿਬ ਥਰੂ ਇੱਦਾਂ ਗੋਲ-ਮੋਲ ਗੱਲ ਕਰਕੇ ਹਰੇਕ ਨੂੰ ਵੱਖਰਾ ਜਵਾਬ ਦੇ ਕੇ ਚੁੱਪ ਕਰਾ ਦਿੱਤਾ। ਉਸ ਤੋਂ ਬਾਅਦ ਲੋਕਡਾਊਨ ਹੋ ਗਿਆ, ਕਿਸੇ ਨੇ ਧਿਆਨ ਨਹੀਂ ਕੀਤਾ ਕਿਉਂਕਿ 8-9 ਮਹੀਨੇ ਤੁਹਾਨੂੰ ਪਤਾ ਹੀ ਹੈ ਕਿ ਲੋਕਡਾਊਨ 'ਚ ਕੋਈ ਨਾ ਗਿਆ ਨਾ ਆਇਆ। ਇਹ ਪਿੰਡ ਦੀ ਆਬਾਦੀ ਤੋਂ ਕਾਫੀ ਦੂਰ ਆ, ਸਾਡੀ ਜਿੰਨੇ ਵੀ ਆਉਣੀ ਜਾਣੀ ਸਾਡੀ ਫਗਵਾੜੇ ਉਸ ਸਾਈਡ 'ਤੇ ਆ ਜਾਂ ਫਲੋਰ ਸਾਈਡ 'ਤੇ ਆ, ਇਸ ਲਈ ਉਦੋਂ ਨਹੀਂ ਕਿਸੇ ਨੂੰ ਧਿਆਨ ਦਿੱਤਾ ਕਿ ਇੱਥੇ ਕੀ ਹੋ ਰਿਹਾ। ਪਰ ਅੱਜ ਤਾਂ ਜਿੱਦਾਂ ਹੁਣ 2-3 ਮਹੀਨਿਆਂ ਤੋਂ ਇਹ ਕਾਰਵਾਈ ਸ਼ੁਰੂ ਕੀਤੀ ਗਈ ਆ, ਮੇਰੇ ਵੱਲੋਂ ਵੀ ਜਾਂ ਪੰਚ ਸਾਹਿਬਾਨ ਜਿੰਨੇ ਵੀ ਸੀ ਸਾਰੇ ਆਲਮੋਸਟ ਇਹਨਾਂ ਨੇ ਵੀ ਆਪਣੀ BDO ਸਾਹਿਬ ਦੇ ਦਰਖਾਸਤ ਪਾਈ ਸੀ ਕਿ ਇਹ ਚੀਜ਼ ਹੁਣ ਸਾਨੂੰ ਪਤਾ ਲੱਗਾ ਕਿ ਧੋਖੇ ਨਾਲ ਹੋਈ ਆ, ਤੇ ਉਹਨਾਂ ਨੇ DC ਸਾਹਿਬ ਦੇ ਵੀ ਐਪਲੀਕੇਸ਼ਨ ਦਿੱਤੀ ਆ। ਵੈਸੇ ਤਾਂ ਉਹਦੀ ਕਾਰਵਾਈ ਚੱਲ ਰਹੀ ਆ, ਪਰ ਕਾਰਵਾਈ ਬੜੇ ਢਿੱਲੇ ਤਰੀਕੇ ਨਾਲ ਚੱਲ ਰਹੀ ਆ। ਅੱਛਾ, ਇਹ ਜ਼ਮੀਨ ਹੈ ਕਿੰਨੀ ਆ ਤੇ ਕਿੰਨੇ ਪੈਸਿਆਂ ਦੇ ਵਿੱਚ ਠੇਕੇ ਦੇ ਦਿੱਤੀ ਗਈ ਹੈ? ਇਹ 21 ਕਨਾਲ 2 ਮਰਲੇ ਹੈ ਤੇ ਇਹ 30,000 ਰੁਪਈਆ ਟੋਟਲ ਦਾ ਸਾਰੀ ਦਾ
30,000 ਦਿੱਤੀ ਸਾਲ ਦੇ ਹਿਸਾਬ ਨਾਲ। ਕਿੰਨੇ ਸਾਲਾਂ ਲਈ ਦਿੱਤੀ ਹੈ ਇਹ ਸੁਣਨ ਆਇਆ 10 ਸਾਲ ਲਈ ਕਹਿ ਰਹੇ ਜੀ। ਹਾਂਜੀ। ਅੱਛਾ, ਤੁਸੀਂ ਸੁਣਨ ਦੀ ਗੱਲ ਕਰ ਰਹੇ ਹੋ, ਇਹ ਐਗਜ਼ੈਕਟ ਤੁਹਾਨੂੰ ਪਤਾ ਕਿੰਨੇ ਸਾਲਾਂ ਦੀ ਹੈ ਜਾਂ ਤੁਹਾਡੇ ਨਾਲ ਕੋਈ ਸਹਿਮਤੀ ਨਹੀਂ ਹੋਈ, ਜਾਂ ਜਿੱਦਾਂ ਪੰਚ ਨੇ ਇਹਨਾਂ ਦੇ ਨਾਲ ਉਹਨਾਂ ਦੇ ਸਾਈਨ ਹੁੰਦੇ ਨੇ, ਇਕੱਲਾ ਸਰਪੰਚ ਕਿਵੇਂ ਕਰ ਸਕਦਾ ਹੈ? ਐਗਜ਼ੈਕਟ ਤਾਂ ਇਹ ਹੈ ਜੀ, ਪਰਸੋਂ ਇੱਕ ਆਪਣੇ ਡੀਡੀਪੀਓ ਸਾਹਿਬ ਜਾਂ ਉਸ ਤੋਂ ਉੱਪਰਲੇ ਅਫਸਰ ਆਏ ਸੀ, ਇਹਦਾ ਮੌਕਾ ਦੇਖਣ ਆਏ ਸੀ। ਉਹਨਾਂ ਨੇ ਬਿਆਨ ਵੀ ਦਰਜ ਕਰਾਇਆ ਆਪਣੇ, ਉਹਨਾਂ ਦੀ ਵੀਡੀਓ ਵਗੈਰਾ ਬਣੀ ਆ। ਇੱਕ ਪ੍ਰੈਸ ਵਾਲਾ ਆਪਣਾ ਲੋਕਲ ਸੀ, ਉਹਨੇ ਆ ਕੇ ਪੁੱਛਿਆ ਸੀ ਕਿ ਕਿੰਨੇ ਸਾਲ, ਉਹਨੂੰ ਦੱਸਿਆ ਕਿ 10 ਸਾਲ ਲਈ ਲੀਜ਼ ਤੇ ਦੇ ਦਿੱਤੀ ਆ। ਤੇ ਉਹਨਾਂ ਦੇ ਵਿਚਾਰ ਦੇ ਹਿਸਾਬ ਨਾਲ ਵੀ ਤਾਂ ਇਹੀ ਸੀ, ਉਹਨਾਂ ਨੇ ਇਹ ਕਿਹਾ ਸੀ ਕਿ ਇਹ ਚੀਜ਼ ਬੜੇ ਗਲਤ ਤਰੀਕੇ ਨਾਲ ਗਈ ਆ। ਹਾਲਾਂਕਿ ਜੋ ਮੈਂ ਮਤਾ ਪੜ੍ਹਿਆ ਆ, ਜਿੰਨਾ ਮੈਂ ਪੜ੍ਹਿਆ ਉਹਦੇ ਵਿੱਚ ਇਹ ਮੈਂਸ਼ਨ ਨਹੀਂ ਹੋ ਰਿਹਾ ਕਿ ਇਹ ਕਿਸ ਪਰਪਸ ਲਈ ਦਿੱਤੀ ਆ। ਇਸ ਤੋਂ ਅੱਗੇ ਪਰਪਸ ਵੀ ਕਲੀਅਰ ਨਹੀਂ ਹੋ ਰਿਹਾ ਕਿ ਕਿੱਦਾਂ ਦਿੱਤੀ ਤੇ ਕਿਉਂ ਦਿੱਤੀ ਗਈ ਹੈ, ਕਦ ਲਈ ਦਿੱਤੀ ਗਈ ਹੈ ਜੀ। ਅੱਛਾ, ਇਹ ਜਿਹੜੀ ਕੰਸਟਰਕਸ਼ਨ ਚੱਲਦੀ ਪਈ ਇੱਥੇ ਖੁੰਬਾਂ ਦਾ ਪਲਾਨ ਲੱਗਣ ਲੱਗਾ? ਇਹ ਖੁੰਬਾਂ ਦਾ ਕਿਹਾ, ਹਾਂਜੀ ਕਹਿੰਦੇ ਜੀ। ਤਾਂ ਮਹਿਲਾ ਪੰਚ ਵੀ ਸਾਡੇ ਨਾਲ ਮੌਜੂਦ ਹੈਗੇ ਨੇ। ਜਦੋਂ ਇਹ ਪਲਾਂਟ ਦਿੱਤਾ ਗਿਆ ਇੱਕ ਪ੍ਰਾਈਵੇਟ ਕੰਪਨੀ ਨੂੰ, ਤੁਹਾਡੇ ਨਾਲ ਸਰਪੰਚ ਦੇ ਵੱਲੋਂ ਗੱਲਬਾਤ ਕੀਤੀ ਗਈ ਕੋਈ? ਨਹੀਂ ਸਰ, ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ। ਸਾਡੇ ਨਾਲ ਇਹੀ ਮਤਲਬ ਗਲੀਆਂ ਨਾਲੀਆਂ ਦੇ ਮਤੇ ਪਾਏ ਸੀਗੇ, ਉਹਦੇ ਵਿੱਚ ਸਾਨੂੰ ਕਹਿੰਦੇ ਮਤਲਬ ਮਤੇ ਪਾਉਣ ਨੂੰ ਕਾਫੀ ਟਾਈਮ ਲੱਗਣਾ ਆ। ਸੈਕਟਰੀ ਸਾਹਿਬ ਵੀ ਕਹਿਣ ਲੱਗੇ ਵੀ ਤੁਸੀਂ ਜਾਂ ਤਾਂ 3-4 ਘੰਟੇ ਵੇਟ ਕਰ ਲਓ ਤੇ ਨਹੀਂ ਤਾਂ ਤੁਸੀਂ ਸਾਈਨ ਕਰੋ ਤੇ ਫ੍ਰੀ ਹੋ ਜਾਓ। ਤੇ ਸਾਤੋਂ ਇਹ ਕਹਿ ਕੇ ਉਹਨਾਂ ਨੇ ਮਤਲਬ, ਹਾਂਜੀ ਸਰਪੰਚ ਸਾਹਿਬ ਵੀ ਨਾਲ ਹੀ ਸਾਰੇ ਸੀਗੇ, ਤੇ ਉਹਨਾਂ ਨੇ ਇਹ ਗੱਲ ਕਹਿ ਕੇ ਤੇ ਸਾਤੋਂ ਸਾਰਿਆਂ ਤੋਂ ਸਾਈਨ ਕਰਵਾ ਲੈ ਤੇ 2 ਪੇਜ ਮਤਲਬ ਵਿੱਚ ਖਾਲੀ ਰੱਖ ਲੈ। ਤੇ ਬਾਕੀ ਜੋ ਵੀ ਇਹਨਾਂ ਨੇ ਕੀਤਾ ਬਾਅਦ ਚ ਮਤੇ ਜੋ ਜਿੱਦਾਂ ਪਾਏ ਇਹਨਾਂ ਨੇ ਆਪਣੀ ਮਰਜ਼ੀ ਨਾਲ ਮਤਲਬ ਕੀਤੇ ਸਾਰੇ। ਹਾਂਜੀ। ਪਿੰਡ ਦੇ ਵਿੱਚ ਹੀ ਉਦੋਂ ਮਤਾ ਪਵਾਇਆ ਗਿਆ ਸੀਗਾ ਇਹ? ਹਾਂਜੀ, ਰਾਜੀਵ ਗਾਂਧੀ ਕੇਂਦਰ ਚ। ਹਾਂਜੀ, ਪੰਚਾਇਤ ਤਾਂ ਪਿੰਡ। ਕਿਹਾ ਕੀ ਗਿਆ ਸੀਗਾ ਕਿ ਗਲੀਆਂ ਨਾਲੀਆਂ ਪੱਕੀਆਂ ਕਰਵਾਉਣੀਆਂ ਨੇ, ਉਸ ਨਾਂ ਨੂੰ ਲੈ ਕੇ ਜਿਹੜਾ ਮਤਾ ਪਵਾਇਆ ਗਿਆ ਸੀ? ਹਾਂਜੀ, ਮਤੇ ਪਾਏ ਸੀ ਗਲੀਆਂ ਨਾਲੀਆਂ ਦੇ, ਤੇ ਉਹਦੇ ਕਰਕੇ ਹੀ ਮਤਲਬ ਸਾਡੇ ਕੋਲ ਸਾਈਨ ਕਰਵਾ ਲਏ ਇਹਨਾਂ ਨੇ। ਅਸੀਂ ਤਾਂ ਉਹਦੇ ਕਾਰਨ ਹੀ ਮਤਲਬ ਅਸੀਂ ਕਿ ਗਲੀਆਂ ਨਾਲੀਆਂ ਦੇ ਮਤੇ ਪਾਉਣੇ ਆ ਵੀ, ਉਹਦੇ ਕਾਰਨ ਹੀ ਮਤਲਬ ਅਸੀਂ ਸਾਈਨ ਕੀਤੇ ਸੀ। ਸਾਨੂੰ ਇਹ ਨਹੀਂ ਸੀ ਪਤਾ ਵੀ ਸਾਡੇ ਨਾਲ ਇਹ ਇੰਨਾ ਬੜਾ ਧੋਖਾ ਕਰ ਰਹੇ ਆ। ਅੱਛਾ, ਤੁਸੀਂ ਵੀ ਕੋਰੇ ਕਾਗਜ਼ ਤੇ ਸਾਈਨ ਕਰ ਆਏ ਸੀਗੇ? ਹਾਂਜੀ, ਕੋਰੇ ਕਾਗਜ਼ ਤੇ ਤਾਂ ਜਿੱਦਾਂ ਹਾਂਜੀ ਕੀਤੇ ਸੀਗੇ ਅਸੀਂ ਸਾਈਨ, ਪਰ ਉਹਨਾਂ ਨੇ ਸਾਨੂੰ ਇਹੀ ਕਿਹਾ ਸੀਗਾ ਵੀ ਜਿੱਦਾਂ ਵੀ ਸਾਡੇ ਕੋਲ ਟਾਈਮ ਨਹੀਂ ਹੈਗਾ ਤੇ ਵੀ ਤੁਸੀਂ ਸਾਈਨ ਕਰ ਦਿਓ, ਸਾਨੂੰ 2-4 ਘੰਟੇ ਲੱਗ ਜਾਣੇ ਆ, ਤੁਸੀਂ ਫ੍ਰੀ ਨਹੀਂ ਹੈਗੇ ਤੇ ਤੁਸੀਂ ਚਲੇ ਜਾਓ ਤੇ ਸਾਈਨ ਕਰ ਜਾਓ। ਸਾਈਨ ਸਾਡੇ ਕੋਲ ਕਰਾ ਲਏ ਸੀ ਉਹਨਾਂ ਨੇ ਇਦਾਂ। ਹਾਂਜੀ। ਅੱਛਾ, ਇਹ ਤੁਹਾਡੇ ਤੋਂ ਸਾਈਨ ਕਰਵਾ ਲਏ ਗਲੀਆਂ ਨਾਲੀਆਂ ਦੀ ਗੱਲ ਕਹਿ ਕੇ, ਅਸਲੀਅਤ ਤੁਹਾਨੂੰ ਕਦੋਂ ਪਤਾ ਲੱਗੀ ਇਹਦੀ? ਸਾਨੂੰ ਅਸਲੀਅਤ ਤਾਂ ਹੁਣੇ ਥੋੜੇ ਦਿਨਾਂ ਤੋਂ ਹੀ ਪਤਾ ਲੱਗੀ ਆ। ਜਿੱਦਾਂ ਉਹ ਵੀ ਸਾਡੇ ਆ ਭਾਜੀ ਹੁਣੀ ਆ, ਲੰਬੜ ਭਾਜੀ ਹੁਣੀ, ਇਹਨਾਂ ਨੇ ਸਾਨੂੰ ਜਿੱਦਾਂ ਪਤਾ ਲੱਗਾ ਇਹਨਾਂ ਦੇ ਕੋਲੇ, ਸਾਨੂੰ ਨਹੀਂ ਸੀ ਪਤਾ। ਹਾਂਜੀ। ਹੁਣ ਤੁਸੀਂ ਇਹਦਾ ਵਿਰੋਧ ਸਰਪੰਚ ਦੇ ਨਾਲ ਗੱਲਬਾਤ ਨਹੀਂ ਕੀਤੀ ਵੀ ਸਾਡੇ ਕੋਲ ਧੋਖੇ ਨਾਲ ਸਾਈਨ ਕਿਉਂ ਕਰਵਾਏ ਇਸ ਚੀਜ਼ ਨੂੰ ਲੈ ਕੇ? ਨਹੀਂ, ਉਹਨਾਂ ਨੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਹੈਗੀ। ਹਾਂਜੀ, ਉਹਨਾਂ ਨੇ ਸਾਨੂੰ ਪੁੱਛਿਆ ਵੀ ਨਹੀਂ ਵੀ ਤੁਸੀਂ ਇਹ ਸਾਡੇ ਤੇ ਕਾਹਤੇ ਇਹ ਕਦਮ ਚੱਕਿਆ ਜਾਂ ਕਿੱਦਾਂ, ਨਹੀਂ ਉਹਨੇ ਸਾਨੂੰ ਨਹੀਂ ਕੋਈ ਵੀ ਗੱਲਬਾਤ ਸਾਡੇ ਨਾਲ ਕੀਤੀ ਹੈਗੀ। ਹਾਂਜੀ। ਤੁਹਾਡੀ ਕੋਈ ਗੱਲਬਾਤ ਹੋਈ ਸਰਪੰਚ ਦੇ ਨਾਲ ਮਹਿਲਾ ਨਾਲ? ਨਹੀਂ ਸਰ ਜੀ, ਸਾਡੀ ਕੋਈ ਗੱਲਬਾਤ ਨਹੀਂ ਹੋਈ ਹੈਗੀ। ਸਾਨੂੰ ਤਾਂ ਉਹਨੀ ਕਦੀ ਜਿੱਦਾਂ ਕੋਈ ਗੱਲ ਲਈ ਪੁੱਛਿਆ ਹੀ ਨਹੀਂ ਸੀਗਾ ਪਹਿਲਾਂ ਤੋਂ, ਤੇ ਆਪਣੀ ਮਰਜ਼ੀ ਆਜ਼ਾਦੀ ਕਰਦੇ ਸੀ ਸਰਪੰਚ ਸਾਹਿਬ ਤੇ ਸੈਕਟਰੀ ਸਾਹਿਬ, ਤੇ ਸਾਨੂੰ ਤਾਂ ਕਿਸੇ ਗੱਲ 'ਚ ਨਹੀਂ ਸੀ ਪੁੱਛਦੇ। ਤੇ ਜਦੋਂ ਕਿਤੇ ਸਾਈਨ ਕਰਾਉਣੇ ਹੁੰਦੇ ਸੀ ਤਾਂ ਸਾਨੂੰ ਸੱਦ ਲੈਂਦੇ ਸੀਗੇ। ਹਾਂਜੀ, ਕੋਈ ਮੀਟਿੰਗ ਨਹੀਂ ਸੀ ਕਰਦੇ, ਕੋਈ ਬਲਾਸ ਨਹੀਂ ਸੀ ਕਰਦੇ। ਕਿਸੇ ਵੀ ਪਿੰਡ ਦੇ ਕਿਸੇ ਵੀ ਬੰਦੇ ਨੂੰ ਨਹੀਂ ਪਤਾ ਹੈਗਾ ਵੀ ਇੱਥੇ ਕੀ ਹੋ ਰਿਹਾ ਆ। ਹਾਂਜੀ, ਲੋਕਡਾਊਨ ਦੇ ਵਿੱਚ ਇਹਨਾਂ ਨੇ ਲੋਕਡਾਊਨ ਦਾ ਫਾਇਦਾ ਉਠਾ ਕੇ ਤੇ ਇਹ ਸਾਰਾ ਕੁਝ ਹੀ ਕਰ ਲਿਆ। ਹਾਂਜੀ। ਤਾਂ ਬਾਈ ਜੀ, ਕੀ ਲੱਗਦਾ ਕੀ ਹੈ ਕਿ ਕੀ ਅਫਸਰਾਂ ਦੀ ਸ਼ਹਿ ਦੇ ਨਾਲ ਕੀ ਮਹਿਲਾ ਸਰਪੰਚ ਦੇ ਵੱਲੋਂ ਪੈਸੇ ਖਾ ਲਏ ਗਏ ਨੇ ਉਸ ਚੀਜ਼ ਨੂੰ ਲੈ ਕੇ, ਜਿਹੜੀ ਪ੍ਰਾਈਵੇਟ ਹੱਥਾਂ ਦੇ ਵਿੱਚ ਇਹ ਕੰਪਨੀ ਦਿੱਤੀ ਗਈ, ਕਿ ਜਾਂ ਹੋਰ ਰੀਜ਼ਨ ਇਹਦਾ ਨਜ਼ਰ ਆਉਂਦਾ ਤੁਹਾਨੂੰ ਕੋਈ? ਨਹੀਂ, ਇਹ ਤਾਂ ਆਪਣੇ ਪਰਸਨਲ ਉਹਨੇ ਆਪਣੇ ਫਾਇਦੇ ਲਈ ਕੀਤਾ। ਇਹ 'ਚ ਕੋਈ ਪਿੰਡ ਦਾ ਫਾਇਦਾ ਜਾਂ ਪੰਚਾਇਤ ਦਾ ਫਾਇਦਾ ਨਹੀਂ ਕੋਈ ਹੋ ਰਿਹਾ। ਤਾਂ ਕੀ ਸਾਰੇ ਪਿੰਡ ਨੂੰ ਇਹਦੇ ਤੋਂ ਇਤਰਾਜ਼ ਹੈ ਇਸ ਚੀਜ਼ ਤੋਂ? ਜੀ, ਸਾਰੇ ਪਿੰਡ ਨੂੰ ਇਤਰਾਜ਼ ਆ। ਤੇ ਕੁਝ ਦਿਨਾਂ ਪਹਿਲਾਂ ਕਾਫੀ ਇਕੱਠ-ਮੱਠ ਵੀ ਹੋਇਆ ਸੀ, ਪਿੰਡ ਦੇ ਵਿੱਚ ਹੀ ਹੋਇਆ ਸੀ, ਜਿਹਦੀ ਕਿ ਇੱਕ ਤੁਹਾਨੂੰ ਕੋਈ ਫੋਟੋ ਵਗੈਰਾ ਵੀ ਜਾਂ ਕਲਿੱਪ ਵਗੈਰਾ ਵੀ ਤੁਹਾਨੂੰ ਦੇ ਦੇਵਾਂਗੇ। ਉਦੋਂ ਵੀ ਉਹਨਾਂ ਨੇ ਕਾਫੀ ਪਿੰਡ ਦੇ ਲੋਕਾਂ ਨੇ ਰੋਸ ਜ਼ਾਹਰ ਕੀਤਾ ਸੀ ਤੇ ਨਾਅਰੇਬਾਜ਼ੀ ਵੀ ਹੋਈ ਸੀ ਸਰਪੰਚ ਦੇ ਖਿਲਾਫ। ਤੇ ਉਦੋਂ ਅਸੀਂ ਮੈਂ ਵੀ ਇਹਨਾਂ ਨੂੰ ਗੱਲ ਕੀਤੀ ਸੀ ਕਿ ਅਸੀਂ ਉੱਚ ਅਧਿਕਾਰੀਆਂ ਤੱਕ ਗੱਲ ਪਹੁੰਚੀ ਆ। ਉਹ ਕਹਿੰਦੇ ਕਿ ਜੋ ਵੀ ਡਿਸੀਜਨ ਜਲਦੀ ਤੋਂ ਜਲਦੀ ਜੇ ਆ ਜਾਵੇਗਾ ਤਾਂ ਚੰਗੀ ਗੱਲ, ਨਹੀਂ ਤਾਂ ਫਿਰ ਅਸੀਂ ਇੱਥੇ ਪੱਕਾ ਧਰਨਾ ਵੀ ਪਿੰਡ ਦੇ ਵਾਸੀ ਲਗਾਉਣ ਨੂੰ ਤਿਆਰ ਸੀ। ਅੱਛਾ, ਹੁਣ ਤੁਹਾਡੀ ਕਿਹਦੇ ਨਾਲ ਗੱਲ ਹੋਈ? ਇੱਕ ਡੀਸੀ ਨੂੰ ਤੁਸੀਂ ਮੰਗ ਪੱਤਰ ਵੀ ਦਿੱਤਾ ਹੋਇਆ? ਡੀਸੀ ਸਾਹਿਬ ਦੇ ਜਿੱਦਾਂ ਪੰਚਾਇਤ ਮੈਂਬਰਾਂ ਵੱਲੋਂ ਜਿਹੜੇ ਜੋ ਪੰਜ ਜਿੰਨੇ ਕਿ ਵੀ ਲੱਗਦਾ ਸੀ ਕਿ ਇਹਨਾਂ ਨੂੰ ਕਿ ਸਾਡੇ ਕੋਲ ਧੋਖੇ ਨਾਲ ਜੋ ਕਰਾਇਆ ਗਿਆ, ਇਹਨਾਂ ਨੇ ਆਪਣੇ ਤੌਰ 'ਤੇ ਦਿੱਤਾ ਸੀ ਤੇ ਮੇਰੇ ਵੱਲੋਂ ਵੀ ਆਪਣੇ ਤੌਰ 'ਤੇ ਵੱਖਰਾ ਉਹਨਾਂ ਨੂੰ ਦੱਸਿਆ ਗਿਆ ਸੀ। ਤੇ ਇਸ ਵਿੱਚ ਕਾਰਵਾਈ ਡਿਪਟੀ ਡਾਇਰੈਕਟਰ ਸਾਹਿਬ ਵੱਲੋਂ ਵੀ ਹੋ ਰਹੀ ਆ ਤੇ BDO ਸਾਹਿਬ ਵੱਲੋਂ ਵੀ ਹੋ ਰਹੀ ਆ ਤੇ DDPO ਸਾਹਿਬ ਵੱਲੋਂ ਵੀ। ਤੇ ਇਹਦੇ ਇਸ ਵਿਹਾਵ 'ਤੇ ਥੋੜ੍ਹੇ ਦਿਨ ਪਹਿਲਾਂ ਲਗਭਗ 12 ਤਰੀਕ ਨੂੰ ਉਹਨਾਂ ਨੇ 1 ਮਹੀਨੇ ਲਈ ਜਿਹੜੀ ਬਿਰਕਾਂ ਦੀ ਸਰਪੰਚ ਦਰਸ਼ਨਾ ਕੁਮਾਰੀ ਆ, ਉਹਦੇ ਕੋਲੋਂ ਅਧਿਕਾਰ ਹੱਲੇ ਸਾਰੇ ਪਿੰਡ ਦੇ ਕੰਮਾਂ ਦੇ ਅਧਿਕਾਰ ਹੱਲੇ ਲੈ ਕੇ ਤੇ ਪ੍ਰਬੰਧਕ ਦੀ ਡਿਊਟੀ ਲਗਾਈ ਆ ਗੁਰਚੇਤਨ ਰਾਮ ਦੀ ਇਸ ਪਿੰਡ ਵਿੱਚ। ਅੱਛਾ, ਤੁਹਾਡੀ ਸਰਪੰਚ ਦੇ ਨਾਲ ਗੱਲਬਾਤ ਹੋਈ ਤੁਹਾਡੀ ਬਾਅਦ 'ਚ?
ਨਹੀਂ, ਮੇਰੇ ਨਾਲ ਕੋਈ ਗੱਲਬਾਤ ਨਹੀਂ ਹੋਈ, ਕਿਉਂਕਿ ਅਸੀਂ ਉਹਨਾਂ ਨੂੰ ਪਹਿਲਾਂ ਪੁੱਛਿਆ ਸੀ, ਅੱਜ ਤੋਂ ਲਗਭਗ ਸਾਲ ਪਹਿਲਾਂ ਵੀ 2-3 ਵਾਰ ਪੁੱਛ ਚੁੱਕੇ ਸੀ। ਉਦੋਂ ਤਾਂ ਸਾਡੇ ਸਾਹਮਣੇ ਇਹੀ ਕਿਹਾ ਸੀ ਕਿ ਇਹ ਕੰਮ ਇਹ ਜੋ ਵੀ ਆ ਉਹ ਸਰਕਾਰੀ ਅਫਸਰਾਂ ਦੇ ਉਹਨਾਂ ਦੇ ਇਸ਼ਾਰੇ ਨਾਲ ਹੀ ਕੀਤਾ ਗਿਆ ਹੈ, ਕਿ ਉਹਨਾਂ ਨੂੰ ਪੁੱਛ ਕੇ ਹੋਇਆ। ਸਾਨੂੰ ਇਹਦੇ ਬਾਰੇ ਨਹੀਂ ਨਾ ਤੁਹਾਨੂੰ ਦੱਸ ਸਕਦੇ, ਤੁਸੀਂ ਪੁੱਛਣਾ ਤਾਂ ਅਫਸਰਾਂ ਤੋਂ ਪੁੱਛੋ। ਅਸੀਂ ਵੀ ਅਫਸਰਾਂ ਨੂੰ ਪੁੱਛਿਆ ਤੇ ਹੁਣ ਦੇਖੋ ਕੀ ਕਾਰਵਾਈ ਹੁੰਦੀ ਹੈ। ਤਾਂ ਮਹਿਲਾ ਸਰਪੰਚ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਨੂੰ ਫੋਨ ਲਾਈਨ ਤੇ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਦੂਜਾ ਪੱਖ ਜਾਣਨਾ ਵੀ ਜਿਹੜਾ ਉਹ ਜ਼ਰੂਰੀ ਹੈ ਕਿ ਕੀ ਕਾਰਨ ਬਣੇ, ਕਿਉਂ ਜਿਹੜੇ ਇਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਸਾਨੂੰ ਧੋਖੇ ਨਾਲ ਗਲੀਆਂ ਨਾਲੀਆਂ ਦਾ ਮਤਾ ਕਹਿ ਕੇ ਜਿਹੜਾ ਉਹਦੇ ਉੱਪਰ ਕਾਗਜ਼ ਦੇ ਉੱਪਰ ਸਾਈਨ ਕਰਵਾ ਲਏ ਗਏ, ਕੋਰੇ ਕਾਗਜ਼ ਦੇ ਉੱਪਰ ਸੈਕਟਰੀ ਦੀ ਮੌਜੂਦਗੀ ਇਹਦੇ ਵਿੱਚ ਦੱਸੀ ਜਾ ਰਹੀ ਹੈ। ਤਾਂ ਕੀ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ, ਇਸ ਬਾਰੇ ਜਿਹੜਾ ਉਹ ਮਹਿਲਾ ਸਰਪੰਚ ਦਾ ਪੱਖ ਜਾਣਨਾ ਵੀ ਜ਼ਰੂਰੀ ਹੈ। ਤਾਂ ਕੋਸ਼ਿਸ਼ ਕਰਾਂਗੇ ਲਗਾਤਾਰ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ। ਜਦੋਂ ਵੀ ਉਹਨਾਂ ਦੇ ਨਾਲ ਗੱਲਬਾਤ ਹੋਏਗੀ ਤਾਂ ਉਹਨਾਂ ਦਾ ਪੱਖ ਵੀ ਜਿਹੜਾ ਲਿਆ ਜਾਏਗਾ। ਪਰ ਬਾਈ ਜੀ, ਜੋ ਸਾਡੇ ਵੱਲੋਂ ਪਹਿਲਾਂ ਮਹਿਲਾ ਸਰਪੰਚ ਦੇ ਨਾਲ ਗੱਲਬਾਤ ਹੋਈ ਸੀ, ਉਹ ਇਹੀ ਗੱਲ ਕਹਿੰਦੇ ਸੀਗੇ ਕਿ ਪਿੰਡ ਦੀ ਭਲਾਈ ਵਾਸਤੇ ਇਹ ਕੀਤਾ ਗਿਆ ਵੀ ਇੱਥੇ ਲੇਬਰ ਲੱਗੇਗੀ ਪਿੰਡ ਦੀ, ਉਹਨਾਂ ਦੇ ਨਾਲ ਤਾਂ ਕਰਕੇ ਕੀਤਾ ਗਿਆ। ਤਾਂ ਤੁਹਾਡਾ ਕੀ ਕਹਿਣਾ ਇਹਦੇ ਤੇ? ਦੇਖੋ ਜੀ, ਉਹਨਾਂ ਨੂੰ ਇਹ ਪੁੱਛੋ ਕਿ 1 ਸਾਲ ਤਾਂ ਹੋ ਗਿਆ ਕਹਿੰਦੇ ਕੰਮ ਚੱਲਦੇ ਨੂੰ, ਜਿੱਦਾਂ ਸਾਨੂੰ ਪਤਾ ਲੱਗਾ ਆ, ਤੇ 1 ਸਾਲ ਵਿੱਚ ਇੱਕ ਬੰਦਾ ਵੀ ਪਿੰਡ ਦਾ ਸ਼ੋਅ ਕੱਢਣਗੇ ਇੱਥੇ ਕੰਮ ਕਰਾਇਆ ਪਹਿਲਾਂ ਕਿਸੇ ਨੇ। ਨਾਲੇ ਦੂਸਰਾ ਜਿਹੜਾ ਇਹ ਤਾਂ ਫੁੱਲੀ ਆਟੋਮੈਟਿਕਲੀ ਪਲਾਂਟ ਲਗਾ ਰਿਹਾ ਨਾ, ਇੱਕ ਬੰਦਾ ਸਾਰੇ ਪਲਾਂਟ ਆਪਰੇਟ ਕਰ ਸਕਦਾ ਜੇ ਕਰਨਾ ਹੋਵੇ ਤਾਂ। ਇਹਦੇ ਵਿੱਚੋਂ ਕੀ ਕਿਸੇ ਨੂੰ ਰੁਜ਼ਗਾਰ ਦੇਣਗੇ, ਕੀ ਕਿਸੇ ਦਾ ਫਾਇਦਾ ਕਰਨਗੇ ਜੀ। ਤਾਂ ਹੋਰ ਵੀ ਜਿੱਦਾਂ ਪੰਚ ਹੋਰ ਨੇ ਹੈਗੇ, ਜਿੱਦਾਂ 5000 ਤੁਸੀਂ ਵੋਟ ਦੱਸ ਰਹੇ ਹੋ, ਪਿੰਡ ਦੀ ਇੱਕ ਵੱਡਾ ਪਿੰਡ ਹੈਗਾ, ਬਹੁ ਗਿਣਤੀ ਆਬਾਦੀ ਜਿਹੜੀ ਹੈ ਉਹ ਤੁਹਾਡੇ ਨਾਲ ਹੈ, ਜਾਂ ਸਰਪੰਚ ਦੀ ਵੀ ਕੋਈ ਕਰ ਰਿਹਾ ਮਦਦ? ਨਹੀਂ, ਸਰਪੰਚ ਤੇ ਇਸ ਜ਼ਮੀਨ ਦੇ ਬਾਬਤ ਸਾਰੇ ਉਹਦੇ ਖਿਲਾਫ ਹੈ ਜੀ। ਇਹ ਨਹੀਂ ਕਿ ਤੁਸੀਂ ਕਹਿ ਸਕਦੇ ਕੋਈ ਉਹਦੇ ਨਾਲ ਖੜਾ ਹੈ। ਸਾਰੇ ਕਹਿ ਰਹੇ ਕਿ ਇਹ ਚੀਜ਼ ਗਲਤ ਹੈ ਤੇ ਗਲਤ ਹੈ, ਕਿਉਂਕਿ ਪਹਿਲਾਂ ਉਹਨਾਂ ਨੇ ਥੋੜ੍ਹਾ ਜਿਹਾ ਇਹ ਆ ਕਿ ਕਾਫੀ ਕੁਝ ਹੋਰ ਹਿਸਾਬ ਦੀ ਉਹ ਸਰਪੰਚ ਆ, ਤਾਂ ਕਿ ਉਹ ਕੋਈ ਆਵਾਜ਼ ਘੱਟ ਉਠਾਉਂਦਾ ਸੀ ਉਹਦੇ ਖਿਲਾਫ, ਤੇ ਜਾਂ ਡਰਦੇ ਸੀ ਜਾਂ ਕੁਝ ਵੀ ਆ। ਤੇ ਪਰ ਹੁਣ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਜਿਹੜੀ ਚੀਜ਼ ਗਲਤ ਹੈ ਤੇ ਕੁਝ ਬੰਦਿਆਂ ਸਟੈਂਡ ਲਿਆ ਆ, ਕੁਝ ਖੜੇ ਆ, ਤੇ ਹੁਣ ਸਾਰਾ ਪਿੰਡ ਆਲਮੋਸਟ ਇਸ ਚੀਜ਼ ਦੇ ਖਿਲਾਫ ਹੈ। ਇਹ ਇੱਕ ਮਹਿਲਾ ਸਰਪੰਚ ਦਾ ਇਕੱਲੀ ਦਾ ਫੈਸਲਾ ਕਿ ਜਾਂ ਉੱਪਰ ਤੱਕ ਸਿਆਸੀ ਮਸਲਾ ਇਹ ਹੈਗਾ? ਇਹਦੇ ਬਾਰੇ ਤਾਂ ਜੀ ਉਹ ਆਪ ਦੱਸ ਸਕਦੇ ਆ। ਸਾਨੂੰ ਤਾਂ ਇਹ ਆ ਕਿ ਇਹ ਚੀਜ਼ ਦਾ ਕਨਫਰਮ ਹੋਣਾ ਚਾਹੀਦਾ ਕਿ ਇਹ ਚੀਜ਼ ਕਿਉਂ ਲਗਾਈ ਗਈ ਆ, ਇਹਦਾ ਫਾਇਦਾ ਕਿਹਨੂੰ ਇਹ ਤਾਂ ਪ੍ਰਸ਼ਾਸਨ ਪਤਾ ਕਰੇਗਾ ਜੀ। ਹਾਂਜੀ। ਤਾਂ ਇਹ ਜਿਹੜਾ ਪਲਾਂਟ ਹੈ, ਇਹ ਕੰਪਨੀ ਕਿਹੜੀ ਆ ਰਹੀ ਹੈ ਇੱਥੇ? ਇਹ ਕੰਪਨੀ ਗ੍ਰੀਨ ਐਗਰੋ ਇਕੋ ਫਾਰਮ LLP ਜੀ। ਤਾਂ ਇਹਦੇ ਵਿੱਚ ਕਿੰਨੇ ਪਲਾਂਟ ਇਹਨਾਂ ਵੱਲੋਂ ਖੁੰਬਾਂ ਦੇ ਲਗਾਉਣਗੇ? 10 ਸਾਲ ਦੇ ਲਈ ਇਹਨਾਂ ਵੱਲੋਂ ਕੰਟਰੈਕਟ ਕੀਤਾ ਗਿਆ। ਇਹ ਇੱਕ ਪੰਚਾਇਤੀ ਜ਼ਮੀਨ ਸੀਗੀ, ਇਹ ਮੈਨੂੰ ਲੱਗਦਾ ਦੁਬਾਰਾ ਵਾਹੀਯੋਗ ਜ਼ਮੀਨ ਰਹੀ ਨਹੀਂ ਇਹ ਹੁਣ। ਇਹ ਤੁਸੀਂ ਆ ਦੇਖ ਰਹੇ ਆ ਤੁਹਾਡੇ ਪਿਛਲੇ ਪਾਸੇ ਜਿਹੜਾ ਇਹ ਪਲਾਂਟ ਹੈ ਇਹ ਇੱਕ ਹੱਲੇ ਇੱਕ ਸਟੋਰ ਬਣਿਆ ਆ, ਜੋ ਇਹਨਾਂ ਦਾ ਨਕਸ਼ਾ ਆਨਲਾਈਨ ਇਹਨਾਂ ਨੇ ਪਾਇਆ, ਉਹਦੇ ਵਿੱਚ ਇਹਦੇ ਨਾਲ ਦੇ 4 ਸਟੋਰ ਬਣਨੇ, ਕੋਲਡ ਸਟੋਰ ਇਸ ਤਰ੍ਹਾਂ ਦੇ ਇਸੇ ਲਹਿਰ ਦੇ ਵਿੱਚ ਜੀ। ਔਰ ਉਹਦੀ ਬਾਉਂਡਰੀ ਵਗੈਰਾ ਪੂਰੀ ਹੋਈ ਪਈ ਆ। ਤਾਂ ਨਾਲ ਹੋ ਕੇ ਇੱਕ ਵਾਰੀ ਦੇਖ ਲੈਂਦੇ ਆ ਜੀ। ਤਾਂ ਜਿਸ ਤਰੀਕੇ ਦੇ ਨਾਲ ਇੱਕ ਇਹ ਬਿਲਡਿੰਗ ਬਣਾਈ ਗਈ ਹੈ, ਇਸੇ ਤਰੀਕੇ ਦੇ ਨਾਲ ਜਿਹੜੇ ਦੱਸਿਆ ਜਾ ਰਿਹਾ ਕਿ ਇਸ ਜਗ੍ਹਾ ਦੇ ਉੱਪਰ ਜਿਹੜੀਆਂ ਨੇ 4 ਹੋਰ ਇਮਾਰਤਾਂ ਜਿਹੜੀਆਂ ਖੜੀਆਂ ਕੀਤੀਆਂ ਜਾਣਗੀਆਂ। ਇੱਥੇ ਮਲਬਾ ਜਿਹੜਾ ਵੱਡੇ ਪੱਧਰ ਤੇ ਇੱਥੇ ਸੁੱਟਿਆ ਗਿਆ, ਤਾਂ ਇਹ ਜ਼ਮੀਨ ਜਿਹੜੀ ਹੈ ਹੁਣ ਸ਼ਾਇਦ ਹੀ ਵਾਹੀਯੋਗ ਜ਼ਮੀਨ ਰਹੇਗੀ। ਅੱਛਾ, ਉਹ ਵੀ ਤਰਕੇ ਇੱਕ ਇਹ ਵੀ ਦਿੰਦੇ ਸੀ, ਕਹਿੰਦੇ ਸੀ ਕਿ ਬੰਜਰ ਜ਼ਮੀਨ ਆ, ਇੱਥੇ ਖੇਤੀ ਨਹੀਂ ਹੁੰਦੀ, ਇਸ ਕਰਕੇ ਜਿਹੜੀ ਆ ਉਹ ਕੰਪਨੀ ਨੂੰ ਦਿੱਤੀ ਗਈ ਹੈ। ਆ ਨਾਲ ਹੀ ਇੱਥੇ ਨਹਿਰ ਦਾ ਖਾਲਾ ਜਾ ਰਿਹਾ ਜੀ, ਆ ਨਾਲ ਤੁਸੀਂ ਚੈੱਕ ਵੀ ਕਰ ਲਓ, ਇਹਦੇ ਵਿੱਚ ਦੀ ਵੀ ਨਹਿਰ ਦਾ ਖਾਲਾ ਜਾ ਰਿਹਾ। ਜੇ ਇਸ ਜ਼ਮੀਨ ਨੂੰ ਨਹਿਰੀ ਪਾਣੀ ਲੱਗਦਾ ਉਹ ਬੰਜਰ ਪਹਿਲੀ ਗੱਲ ਨਹੀਂ ਉਹਨੂੰ ਕਹਿ ਸਕਦੇ ਆਪਾਂ। ਫਿਰ ਇੱਥੇ ਸਫੈਦੇ, ਪਿਛਲੀ ਜ਼ਮੀਨ ਨੇ ਸਫੈਦੇ ਕੱਟੇ ਆ, ਸਫੈਦੇ ਨੂੰ ਪਾਣੀ ਕਿਤੋਂ ਮਿਲਦਾ ਹੋਊਗਾ ਤਾਂ ਹੀ ਸਫੈਦੇ ਹੋਏ ਆ ਜੀ। ਬੰਜਰ ਜ਼ਮੀਨ ਤੇ ਕੋਈ ਦਰਖਤ ਕੋਈ ਬੂਟਾ ਨਹੀਂ ਹੋ ਸਕਦਾ, ਉੱਥੇ ਸਫੈਦੇ ਕਿੱਦਾਂ ਹੋ ਗਏ? ਸਫੈਦੇ ਕੱਟੇ ਆ, ਪਰ ਇਹਨਾਂ ਨੇ ਇਹ ਨਹੀਂ ਪਤਾ ਕਿ ਕਿਸ ਸ਼ਹਿਰ ਨਾਲ ਰਲ ਕੇ ਜਾਂ ਜ਼ਮੀਨ ਕਿਉਂ ਨਹੀਂ ਚਾੜੀ, ਕਿ ਲੋਕਾਂ ਨੂੰ ਸਾਬਤ ਕਰਨਾ ਸੀ ਇਹ ਜ਼ਮੀਨ ਨਹੀਂ ਚੜ੍ਹਦੀ, ਤੇ ਇੱਕਦਮ ਹੀ ਇਹਨਾਂ ਨੇ ਕਿਸੇ ਪ੍ਰਾਈਵੇਟ ਸੈਕਟਰ ਨੂੰ ਦੇਣੀ ਹੋਊਗੀ, ਤੇ ਇਹ ਇਹਨਾਂ ਦੀ ਮਿਲੀ ਭੁਗਤ ਹੋਈ ਕਿਸੇ ਨੇ, ਉਹ ਤਾਂ ਇਹ ਦੱਸਣਗੇ। ਪਰ ਇਹ ਜ਼ਮੀਨ ਵਾਹੀਯੋਗ ਸੀ ਜੀ। ਪਰ ਮਾਸਟਰਮਾਈਂਡ ਕੌਣ ਲੱਗਦਾ ਤੁਹਾਨੂੰ ਇਸ ਚੀਜ਼ ਦਾ? ਮਾਸਟਰਮਾਈਂਡ ਤਾਂ ਇਸ ਵਿੱਚ ਸਰਪੰਚ, ਸੈਕਟਰੀ, ਉਸ ਤੋਂ ਬਾਅਦ ਤਾਂ ਮੈਂ ਕੁਝ ਨਹੀਂ, ਕਿਉਂਕਿ ਸਾਨੂੰ ਤਾਂ ਇਹ ਦੋਨੇ ਪਿੰਡ 'ਚ ਇਹੀ ਇਸ ਵੇਲੇ ਮੇਨ ਸੀ, ਤੇ ਉਹ ਸੈਕਟਰੀ ਆ ਇਹਨਾਂ ਦਾ। ਉਸ ਤੋਂ ਉੱਪਰ ਤਾਂ ਹੁਣ ਇਹ ਆਪ ਹੀ ਦੱਸਣਗੇ ਇਹ ਮਾਸਟਰਮਾਈਂਡ ਇਹਦੇ ਉੱਪਰ ਕੌਣ ਬੈਠਾ ਜੀ। ਅੱਛਾ, ਇੱਕ ਪਿੰਡਾਂ ਦੇ ਵਿੱਚ ਆਮ ਤੌਰ ਤੇ ਕਿਹਾ ਜਾਂਦਾ ਕਿ ਧੜੇਬਾਜ਼ੀ ਵੀ ਹੁੰਦੀ ਹੈ ਇੱਕ ਚੀਜ਼ ਨੂੰ ਲੈ ਕੇ, ਕੀ ਇਹ ਧੜੇਬਾਜ਼ੀ ਦਾ ਵੀ ਰੂਪ ਹੈਗਾ ਕਿ ਜਾਂ ਵਾਕਈ ਵੀ ਮਹਿਲਾ ਸਰਪੰਚ ਨੇ ਫੈਸਲਾ ਲੈ ਲਿਆ ਸੀਗਾ ਕਿਸੇ ਲਾਲਚ ਦੇ ਵਿੱਚ ਆ ਕੇ, ਜਾਂ ਸੈਕਟਰੀ ਦੇ ਵੱਲੋਂ ਦਬਾਅ ਪਾਇਆ ਗਿਆ ਕਿ ਇਸ ਤਰੀਕੇ ਦੇ ਨਾਲ ਕਰ ਲਈਏ? ਨਹੀਂ, ਇਹਦੇ ਬਾਰੇ ਨਹੀਂ, ਮੈਨੂੰ ਇਹਦੇ ਬਾਰੇ ਤਾਂ ਕੁਝ ਨਹੀਂ ਦੱਸ ਸਕਦੇ। ਇੱਕ ਵਾਰ ਇਹ ਤਾਂ ਇੱਕ ਚੀਜ਼ ਆ ਜੋ ਕਿ ਇਹ ਜ਼ਮੀਨ ਉਹਨਾਂ ਨੇ 2-3 ਸਾਲ ਤੋਂ ਸ਼ਾਇਦ ਕਿਸੇ ਨੂੰ ਨਹੀਂ ਚਾੜੀ ਸੀ, ਕਿਉਂਕਿ ਜੱਟ ਜ਼ਿਮੀਂਦਾਰ ਕਹਿੰਦੇ ਸੀ ਕਿ ਜੇ ਇੱਥੋਂ ਸਫੈਦੇ ਕੱਟੇ, ਤੁਹਾਨੂੰ ਤੁਸੀਂ ਆਪ ਸਿਆਣੇ ਆ ਕਿ ਜੇ ਸਫੈਦੇ ਕਿਸੇ ਜਗ੍ਹਾ ਤੋਂ ਸਫੈਦਿਆਂ ਦੇ 2.5 ਖੇਤ ਕੱਟ ਹੁੰਦੇ ਆ ਤਾਂ ਉੱਥੇ ਛੋਟੇ ਮੋਟੇ ਟੋਏ ਪੈ ਜਾਂਦੇ, ਕਿਉਂਕਿ ਜੜ੍ਹਾਂ ਖੱਡੀਆਂ ਹੁੰਦੀਆਂ, ਠੀਕ ਹੈ ਜੀ। ਉਹਨੂੰ ਲੈਵਲ ਕਰਨ ਲਈ 1 ਮਹੀਨਾ 2 ਮਹੀਨੇ ਕਿਸੇ ਜੱਟ ਭਰਾ ਨੂੰ ਚਾਹੀਦੇ ਸੀ,
ਤਾਂ ਕਿ ਉਹ ਲੈਵਲ ਕਰ ਸਕੇ। ਉਹ ਸਾਰੇ ਇਹ ਕਹਿ ਰਹੇ ਸੀ, ਚਾਹੇ ਤੁਸੀਂ ਪਿੰਡ ਦੇ ਕਿਸੇ ਵਸਨੀਕ ਨੂੰ ਪੁੱਛ ਲਓ, ਕਿਸੇ ਜ਼ਿਮੀਂਦਾਰ ਨੂੰ ਪੁੱਛ ਲਓ, ਕਿ ਬਾਕੀ ਸਾਰੀ ਪਿੰਡ ਦੀ ਜ਼ਮੀਨ ਦੀ ਜਦੋਂ ਬੋਲੀ ਹੁੰਦੀ ਆ ਤੇ ਉਦੋਂ ਉਹਨਾਂ ਨੂੰ ਉਹ ਇਹ ਕਹਿੰਦੇ ਹੁੰਦੇ ਸੀ ਕਿ ਇਸ ਜ਼ਮੀਨ ਨੂੰ ਸਾਨੂੰ 1 ਸਾਲ ਲਈ ਫ੍ਰੀ ਦੇ ਦਿਓ, ਅਸੀਂ ਇਹਦਾ ਜੋ ਲੈਵਲਿੰਗ ਕਰਕੇ ਇਹਨੂੰ ਵਾਹੀਯੋਗ ਪੂਰਾ ਕਰਕੇ, ਤਾਂ ਕਿ ਉਸ ਤੋਂ ਅਗਲੀ ਵਾਰ ਜਿੰਨਾ ਮਰਜ਼ੀ ਹਾਲਾ ਲੈ ਲਓ ਉਹ ਸਾਰੇ ਬੋਲੀ ਦੇਣ ਨੂੰ ਤਿਆਰ ਆ। ਪਰ ਕਿਸੇ ਨੇ ਵੀ ਇਹਦੀ ਉਹ 1 ਸਾਲ ਹੀ ਨਹੀਂ ਦਿੱਤੀ, ਜਦ ਕਿ ਉਹ ਸਾਰੇ ਪਿੰਡ ਦੀ ਸਹਿਮਤੀ ਨਾਲ, ਪਿੰਡ ਦੇ ਪੰਚਾਇਤਾਂ ਦੀ ਸਹਿਮਤੀ ਨਾਲ ਦੇ ਸਕਦੇ ਸੀ ਜੀ। ਅੱਛਾ, ਇੱਕ ਪਾਸੇ ਪ੍ਰਾਈਵੇਟ ਸੈਕਟਰਾਂ ਨੂੰ ਆਪਣੇ ਖੇਤਾਂ 'ਚ ਭਜਾਉਣ ਦੇ ਲਈ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਨੇ, ਤੁਹਾਡੇ ਪਿੰਡੋਂ ਵੀ ਸ਼ਾਇਦ ਲੋਕ ਬੈਠੇ ਹੋਣਗੇ ਉੱਥੇ ਜਾ ਕੇ, ਤਾਂ ਦੂਜੇ ਪਾਸੇ ਤੁਸੀਂ ਖੁਦ ਹੀ ਪੰਚਾਇਤੀ ਜ਼ਮੀਨ ਜਿਹੜੀ ਉਹ ਪ੍ਰਾਈਵੇਟ ਹੱਥਾਂ 'ਚ ਦੇ ਰਹੇ ਹੋ, ਤਾਂ ਕੀ ਬਾਕੀ ਲੋਕ ਕਿਉਂ ਨਹੀਂ ਆਵਾਜ਼ ਇਹਦੇ ਖਿਲਾਫ ਉਠਾ ਰਹੇ? ਪਿੰਡ ਦੇ ਨੇ ਆਵਾਜ਼ ਉਠਾ ਲਈ ਸੀ ਜੀ। ਤੁਹਾਨੂੰ ਦੱਸਿਆ ਕਿੰਨੇ ਦਿਨ ਪਹਿਲਾਂ, ਹਫ਼ਤਾ 10 ਦਿਨ ਪਹਿਲਾਂ ਕਾਫੀ ਕੱਟ-ਮੱਟ ਹੋਇਆ, ਜਦੋਂ ਲੋਕਾਂ ਨੂੰ ਪਤਾ ਲੱਗਣ ਲੱਗਾ ਨਾ ਕਿ ਇਹ ਚੀਜ਼ ਹੁਣ ਗਲਤ ਹੀ ਹੋਈ ਆ। ਪਹਿਲਾਂ ਤਾਂ ਸਾਰੇ ਇਸ ਭੁਲੇਖੇ ਪਏ ਸੀ ਕਿ ਕਿਸੇ ਕੋਰਟ ਥਰੂ ਜਾਂ ਕਿਸੇ ਤਰ੍ਹਾਂ ਉਹਨਾਂ ਨੇ ਸਰਕਾਰੀ ਅਫਸਰਾਂ ਤੋਂ ਪਾਸ ਕਰਾਈ ਆ, ਜਾਂ ਕਿਸੇ ਤਰ੍ਹਾਂ ਆਮ ਜਨਤਾ ਨੂੰ ਇਹਦੇ ਬਾਰੇ ਨਹੀਂ ਪਤਾ ਹੁੰਦਾ ਕਿ ਡੀਪਲੀ ਇਹ ਕੀ ਕੁਝ ਹੋ ਰਿਹਾ। ਅਗਲਾ ਕਹਿੰਦਾ ਸੀ ਕਿ ਜੇ ਸਰਪੰਚ ਜਾਂ ਪੰਚਾਂ ਨੂੰ ਪਤਾ, ਉਹ ਨਹੀਂ ਕਹਿ ਰਹੇ ਤਾਂ ਮਤਲਬ ਠੀਕ ਹੋਣਾ। ਪਰ ਜਦੋਂ ਹੁਣ ਉਹਦੀ ਘੋਖ ਕੀਤੀ ਗਈ ਤਾਂ ਇਹ ਸਰਾਸਰ ਗਲਤ ਪਾਇਆ ਗਿਆ। ਹੁਣ ਉਹ ਸਾਰੇ ਇਹਦੇ ਖਿਲਾਫ ਆ ਇਸ ਚੀਜ਼ ਦੇ। ਤਾਂ ਇਹ ਲੱਗਦਾ ਕਿ ਹੁਣ ਇਹ ਪ੍ਰਾਈਵੇਟ ਹੱਥਾਂ 'ਚੋਂ ਛੁੱਟ ਸਕਦੀ ਹੈ ਜ਼ਮੀਨ? ਇਹ ਤਾਂ ਜੀ ਹੁਣ ਅਫਸਰ ਜਿਹੜੇ ਉੱਚ ਅਧਿਕਾਰੀ ਆ ਇਹ ਉਹੀ ਕਰ ਸਕਦੇ, ਕਿਉਂਕਿ ਸਾਡੇ ਲੈਵਲ ਦੀ ਤਾਂ ਗੱਲ ਹੈ ਨਹੀਂ ਇਹ ਚੀਜ਼ ਕਰਨੀ। ਵੀਡੀਓ ਨਾਲ ਕੀ ਗੱਲ ਹੋਈ ਹੁਣ ਤੁਹਾਡੀ? BDO ਸਾਹਿਬ ਨਾਲ ਇਸ ਬਾਰੇ ਵੈਸੇ ਤਾਂ ਕੋਈ ਗੱਲ ਨਹੀਂ, ਉਹ ਆਏ ਸੀ ਪਰਸੋਂ ਚੌਥ ਵੀ, ਜਲੰਧਰ ਦੇ ਉੱਚ ਅਧਿਕਾਰੀ ਵੀ ਆਏ ਸੀ ਮੌਕਾ ਦੇਖਣ, ਤੇ ਉਹਨਾਂ ਤੋਂ ਜਦੋਂ 1-2 ਸਵਾਲ ਸਾਡੇ ਅੱਛਾ, ਸੈਕਟਰੀ ਸਾਹਿਬ ਦਾ ਨੰਬਰ ਹੋਏਗਾ ਤੁਹਾਡੇ ਕੋਲ? ਸੈਕਟਰੀ ਸਾਹਿਬ ਦਾ ਨੰਬਰ ਹੈਗਾ ਜੀ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਸੈਕਟਰੀ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸੈਕਟਰੀ ਸਾਹਿਬ, ਮਨਪ੍ਰੀਤ ਕਾਲੋਂ ਗੱਲ ਕਰ ਰਿਹਾ ਜੀ ਮੈਂ, TV ਪੰਜਾਬ ਨਿਊਜ਼ ਚੈਨਲ ਜਲੰਧਰ ਤੋਂ। ਹਾਂਜੀ ਸਰ ਜੀ। ਹਾਂਜੀ, ਅਸੀਂ ਨਾ ਵਿਰਕ ਪਿੰਡ ਦੇ ਵਿੱਚ ਮੌਜੂਦ ਸੀਗੇ। ਇੱਥੋਂ ਦੇ ਨੰਬਰਦਾਰ ਤੇ ਪੰਚ ਹੋਣਾ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ, ਕਹਿੰਦੇ ਨੇ ਕਿ ਮਹਿਲਾ ਸਰਪੰਚ ਤੇ ਸੈਕਟਰੀ ਦੀ ਮਿਲੀ ਭੁਗਤ ਦੇ ਨਾਲ ਪੰਚਾਇਤੀ ਜ਼ਮੀਨ ਕੋਡੀਆਂ ਦੇ ਭਾਅ ਕਹਿੰਦੇ ਇੱਕ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤੀ ਗਈ ਹੈ। ਸੈਕਟਰੀ ਸਾਹਿਬ, ਤੁਹਾਡਾ ਕੀ ਕਹਿਣਾ? ਕਿਉਂਕਿ ਇਲਜ਼ਾਮ ਤੁਹਾਡੇ ਤੇ ਲੱਗ ਰਹੇ ਨੇ, ਕਹਿੰਦੇ ਨੇ ਕਿ ਸੈਕਟਰੀ ਤੇ ਮਹਿਲਾ ਸਰਪੰਚ ਨੇ ਮਿਲੀ ਭੁਗਤ ਦੇ ਨਾਲ ਜਿਹੜਾ ਉਹ ਪਿੰਡ ਦੀ ਜ਼ਮੀਨ ਕੋਡੀਆਂ ਦੇ ਭਾਅ ਦੇ ਦਿੱਤੀ। ਪਰ ਬੇਨਤੀ ਇਹ ਆ ਕਿ ਇਹ ਜ਼ਮੀਨ ਅੱਜ ਤੋਂ 5 ਸਾਲ ਪਹਿਲਾਂ ਇਸ ਜ਼ਮੀਨ ਤੇ ਦਰਖਤ ਲੱਗੇ ਹੋਏ ਸੀਗੇ ਜੀ, ਬੂਟੇ ਸੀਗੇ ਪੱਟੇ ਹੋਏ ਜੀ। ਪਹਿਲੀ ਪੰਚਾਇਤ ਨੇ ਇੱਥੋਂ ਦਰਖਤ ਸਫੈਦੇ ਵੇਚੇ ਜਿਹੜੇ ਆ। ਉਸ ਤੋਂ ਬਾਅਦ ਇਹ ਜ਼ਮੀਨ ਤੇ ਜਿਹੜੇ ਸਫੈਦਿਆਂ ਵਾਲੇ ਟੋਏ ਸੀ, ਜਿਉਂ ਦੀ ਤਿਉਂ ਸੀ ਜੀ। ਟੋਏ ਸੀਗੇ। ਅਸੀਂ ਪੰਚਾਇਤ ਪਿੰਡ ਦੇ ਵਾਸੀਆਂ ਨੂੰ ਜਦੋਂ ਵੀ ਕਹਿੰਦੇ ਸੀ ਵੀ ਜ਼ਮੀਨ ਲੈ ਲਓ, ਤੁਸੀਂ ਖਾਲੀ ਪਈ ਆ, ਕੋਈ ਫਾਇਦਾ ਨਹੀਂ ਹੋ ਰਿਹਾ ਉਹਦਾ ਕਿਸੇ ਨੂੰ ਜੀ। ਪਿੰਡ ਵਾਸੀ ਸਾਨੂੰ ਕੀ ਕਹਿੰਦੇ ਪਏ ਸੀ, ਬਈ ਸਾਨੂੰ 2 ਸਾਲ ਲਈ ਜਾਂ 3 ਸਾਲ ਲਈ ਫ੍ਰੀ ਦਿਓ ਜੀ। ਹੁਣ ਪੰਚਾਇਤ ਨੇ, ਸਰਪੰਚ ਸਾਹਿਬ ਨੇ ਉਹਨਾਂ ਨਾਲ ਇਹ ਕੋਈ ਸੰਪਰਕ ਚ ਆਏ ਆਪਸ ਵਿੱਚ, ਇਹਨਾਂ ਦੇ ਜਿਨ੍ਹਾਂ ਨੂੰ ਜ਼ਮੀਨ ਦਿੱਤੀ ਆ ਜੀ। ਇਹਨਾਂ ਨੇ ਕਿਹਾ, ਪੰਚਾਇਤ ਨੇ ਦੇ ਦਿੱਤੀ ਜੀ। ਜੀ। ਕੋਈ ਮਿਲੀ ਭੁਗਤ ਨਹੀਂ, ਪੰਚਾਇਤ ਦਾ ਕੱਲਾ ਮਤ ਆਇਆ ਜੀ। ਜੀ। ਪੰਚਾਇਤ ਦਾ ਇੱਕ ਸਿੰਗਲ ਮਤ ਆਇਆ ਜਿਹਦੇ ਤੇ 9 ਪੰਚਾਂ ਦੇ ਸਾਈਨ ਆ, 10ਵੇਂ ਸਰਪੰਚ ਦੇ ਸਾਈਨ। ਅੱਛਾ, ਉਹ ਸਾਈਨਾਂ ਦੇ ਉੱਪਰ ਵੀ ਜਿਹੜੀਆਂ ਪੰਚ ਨੇ ਉਹ ਵੀ ਮੇਰੇ ਨਾਲ ਮੌਜੂਦ ਨੇ, ਉਹ ਕਹਿੰਦੀਆਂ ਸਾਡੇ ਕੋਲ ਕੋਰੇ ਕਾਗਜ਼ ਦੇ ਉੱਪਰ ਸਾਈਨ ਕਰਵਾ ਲਏ, ਇਹ ਕਹਿ ਕੇ ਕਿ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਵਿਕਾਸ ਕਰਨਾ। ਹਾਂਜੀ ਸਰ, ਬਿਲਕੁਲ। ਮੈਂ ਸਰ, ਜੇ ਤਾਂ 2 ਮਤੇ ਹੋਣ ਜਾਂ 3 ਮਤੇ ਹੋਣ ਜੀ, ਜੇ ਤਾਂ 2 ਮਤੇ ਹੋਣ 3 ਮਤੇ ਹੋਣ ਤਾਂ ਉਸ ਤੇ ਮਤੇ ਐਡਜਸਟ ਹੋ ਸਕਦੇ। ਜੇ ਕੱਲਾ ਮਤਾ ਵਾ ਖੇਤ ਸੈਨ ਨਹੀਂ ਇਦਾਂ ਹੋ ਸਕਦੇ ਜੀ। ਕੀ ਕੋਰੇ ਕਾਗਜ਼ ਤੇ ਸਾਈਨ ਕਰਵਾਏ ਗਏ ਸੀ ਇਹਨਾਂ ਤੋਂ? ਨਹੀਂ ਨਾ ਸਰ, ਏਦਾਂ ਕਿਉਂ ਕਰਾਉਂਗਾ? ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਜ਼ਮੀਨ ਦਾ ਜੇ 25, 30, 50 ਹਜ਼ਾਰ ਜੋ ਵੀ ਆਉਣਾ, ਨਾ ਤਾਂ ਮੇਰੀ ਨਿੱਜੀ ਜੇਬ ਚ ਆਉਣਾ, ਨਾ ਮੈਨੂੰ ਕੋਈ ਜੇ ਅੱਜ ਦੀ ਤਰੀਕ ਦੇ ਵਿੱਚ ਪੰਚਾਇਤ ਨੂੰ ਲੱਗਦਾ ਵਾ ਵੀ ਉਹ ਜ਼ਮੀਨ ਜਿਹੜੀ ਆ ਵੀ ਗਲਤ ਤਰੀਕੇ ਨਾਲ ਚੜ ਗਈ, ਸਾਡੇ ਕੋਲ ਸੈਕਟਰੀ ਨੇ ਚੜਾਤੀ ਹੈ, ਤਾਂ ਬੇਸ਼ੱਕ ਉਹਦਾ ਠੇਕਾ ਕੈਂਸਲ ਕਰ ਦੇਣ। ਮੈਨੂੰ ਤਾਂ ਉਹ ਚ ਕੋਈ ਨਹੀਂ ਹੈਗਾ, ਨਾ ਕੋਈ ਲਾਭ ਨਾ ਕੋਈ ਫਾਇਦਾ। ਅੱਛਾ, ਇਹ ਕਹਿੰਦੇ ਨੇ ਕਿ 21 ਕਨਾਲ ਜ਼ਮੀਨ ਆ ਜਿਹੜੀ 30,000 ਨੂੰ 10 ਸਾਲ ਦੇ ਲਈ ਜਿਹੜੀ ਕਰਵਾ ਦਿੱਤੀ ਗਈ ਹੈ। ਬਿਲਕੁਲ ਸਰ, ਕਿਉਂਕਿ ਉਹ ਇਸ ਕਰਕੇ ਜ਼ਮੀਨ ਏਦਾਂ ਦੇਣੀ ਪਈ ਕਿਉਂਕਿ ਉੱਥੇ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕਰ ਚੁੱਕਾ ਕਿ ਟੋਏ ਟਿੱਬੇ ਸੀ। ਟੋਏ ਟਿੱਬੇ ਹੋਣ ਦੇ ਨਾਤੇ ਮੈਂ ਮਤੇ 'ਚ ਵੀ ਟੋਏ ਟਿੱਬੇ ਹੀ ਲਿਖਿਆ ਹੋਇਆ ਜੀ, ਕਿਉਂਕਿ ਆਲਰੇਡੀ ਅਸੀਂ ਜਦੋਂ ਕਿਤੇ ਜ਼ਮੀਨ ਦੇਣ ਦੀ ਗੱਲ ਕਰਦੇ ਸੀ, ਸਾਡੇ ਕੋਲ 2 ਸਾਲ ਲਈ ਜਾਂ 3 ਸਾਲ ਲਈ ਫ੍ਰੀ ਮੰਗਦੇ ਸੀ। ਇਹ ਕਹਿੰਦੇ 1 ਸਾਲ ਲਈ ਫ੍ਰੀ ਮੰਗਦੇ ਸੀਗੇ। ਨਹੀਂ ਸਰ, ਚਲੋ ਹੁਣ ਉਹ ਤਾਂ ਜਦੋਂ ਹੁਣ ਅਲਸੇਟ ਪੈ ਜਾਂਦੀ ਫਿਰ ਭਾਵੇਂ 2 ਮਹੀਨਿਆਂ ਦੀ ਕਹੀ ਜਾਣ। ਜਦੋਂ ਅਲਸੇਟ ਹੀ ਪੈ ਗਈ ਸਰ, ਉੱਥੇ ਆਪਾਂ ਨੂੰ ਮੈਨੂੰ ਕੋਈ ਆਬਜੈਕਸ਼ਨ ਨਹੀਂ ਮੇਰੇ ਵੱਲੋਂ।
ਇਹ ਵੱਡੇ ਅਫਸਰਾਂ ਕੋਲੋਂ, ਮੇਰੇ ਸੀਨੀਅਰ ਅਫਸਰਾਂ ਕੋਲੋਂ ਮਤਾ ਕੈਂਸਲ ਕਰਾ ਕੇ ਜ਼ਮੀਨ ਕੈਂਸਲ ਕਰਾ ਦੇਣ, ਚਾਹੇ ਠੇਕਾ ਕੈਂਸਲ ਕਰਾ ਦੇਣ, ਆਪਣੀ ਜ਼ਮੀਨ ਆ ਆਪਣੇ ਤਰੀਕੇ ਨਾਲ ਦੁਬਾਰਾ ਦੇ ਦੇਣ, ਨਹੀਂ ਦੇਣੀ ਤਾਂ ਖਾਲੀ ਪਈ ਰੱਖਣ। ਅੱਛਾ, ਉਹ ਪੰਚ ਵੀ ਮੌਜੂਦ ਨੇ ਇੱਥੇ, ਉਹ ਕਹਿੰਦੇ ਨੇ ਕਿ ਅਸੀਂ ਇਹ ਜ਼ਮੀਨ ਕੈਂਸਲ ਕਰਵਾਉਣੀ ਚਾਹੁੰਦੇ ਹਾਂ, ਸਾਨੂੰ ਇਹ ਠੇਕਾ ਮਨਜ਼ੂਰ ਨਹੀਂ ਹੈਗਾ। ਕਹਿੰਦੇ ਨੇ ਕਿ ਸਾਨੂੰ ਤਾਂ ਇੱਥੇ ਕੋਈ ਫਾਇਦਾ ਹੈ ਨਹੀਂ ਇਸ ਚੀਜ਼ ਦਾ। ਕੀ ਇਹ ਪੋਸੀਬਲ ਹੈ ਹੁਣ, ਕਿਉਂਕਿ ਕੰਟਰੈਕਟ ਕੀਤਾ ਹੋਇਆ 10 ਸਾਲ ਦਾ, ਤੁਸੀਂ ਵੀ ਨਾਲ ਸ਼ਾਮਲ ਹੈਗੇ ਇਸ ਚੀਜ਼ 'ਚ? ਕੋਈ ਗੱਲ ਨਹੀਂ, ਇੱਧਰ ਜੇਕਰ ਨਹੀਂ ਮਨਜ਼ੂਰ ਹੈਗਾ ਤੇ ਉਹਦੀ ਓਪਨ ਬੋਲੀ ਕਰਾ ਲੈਣ, ਫਰਮ ਨੂੰ ਪੁੱਗਦਾ ਹੋਊਗਾ ਲੈ ਲੂਗਾ, ਨਹੀਂ ਪੁੱਗਦਾ ਹੋਊਗਾ ਤਾਂ ਆਪਣਾ ਛੱਡ ਦੇਣਗੇ। ਮੈਂ ਵਰਨਾ ਮਤੇ ਦੇ ਵਿੱਚ ਜਿਹੜੀ ਬਿਲਡਿੰਗ ਉਹਨਾਂ ਨੇ ਬਣਾਈ ਆ ਨਾ, ਫਰਮ ਨੇ ਜੀ, ਜਿਹੜੀ ਫਰਮ ਨੇ ਬਿਲਡਿੰਗ ਬਣਾ ਲਈ ਆ ਉੱਥੇ, ਮੈਂ ਉਹ ਬਿਲਡਿੰਗ ਨੂੰ ਬਣਾਉਣ ਬਾਰੇ ਮਤੇ ਦੇ ਵਿੱਚ ਕਿਤੇ ਨਹੀਂ ਲਿਖਿਆ ਵੀ ਤੁਸੀਂ ਬਿਲਡਿੰਗ ਬਣਾ ਲਓ। ਅੱਛਾ ਸੈਕਟਰੀ ਸਾਹਿਬ, ਇੱਕ ਸਵਾਲ ਦਾ ਮੈਂ ਹੋਰ ਜਵਾਬ ਲੈਣਾ ਚਾਹੁੰਦਾ। ਪੰਚਾਇਤੀ ਜ਼ਮੀਨ ਦੇ ਵਿੱਚ ਇਸ ਤਰੀਕੇ ਦੇ ਨਾਲ ਕੰਸਟਰਕਸ਼ਨ ਕੀਤੀ ਜਾ ਸਕਦੀ ਹੈ? ਨਹੀਂ ਕੀਤੀ ਜਾ ਸਕਦੀ ਜੀ। ਜੀ, ਤਾਂ ਇਹਦੇ ਵਿੱਚ ਫਿਰ ਕੰਪਨੀ ਵੀ ਦੋਸ਼ੀ ਸਾਬਤ ਹੋਊਗੀ ਫਿਰ? ਸਰ ਮੈਨੂੰ ਇੱਕ ਗੱਲ ਦਾ ਨਹੀਂ ਪਤਾ ਲੱਗਾ ਕਿ ਹਨਾ, ਜਦੋਂ ਦੇਖੋ ਪੰਚਾਇਤ ਮੌਕੇ ਦੀ ਪੰਚਾਇਤ ਆ, ਜੇ ਉੱਥੇ ਕੋਈ ਉਸਾਰੀ ਹੋਈ ਆ, ਉਹ ਐਡੀ ਉਸਾਰੀ ਜਿਹੜੀ ਇੱਕ ਦਿਨ 'ਚ ਨਹੀਂ ਹੁੰਦੀ ਜੀ। ਇਹਨਾਂ ਨੂੰ ਹਨਾ, ਜੇ ਪੰਚਾਇਤ ਵਾ, ਪੰਚਾਇਤ ਨੂੰ ਸਾਡੇ ਧਿਆਨ 'ਚ ਲਿਆਉਂਦੇ ਜਾਂ ਆਪਣੇ ਪੱਧਰ ਤੇ ਉਹਨਾਂ ਨੂੰ ਕੋਈ ਨੋਟਿਸ ਕੱਢਦੇ ਵੀ ਭਾਈ ਤੁਸੀਂ ਇਹ ਉਸਾਰੀ ਜਿਹੜੀ ਕਰੀ ਜਾਂਦੇ ਕਿਉਂ ਕਰੀ ਜਾਂਦੇ ਆ। ਤਾਂ ਅੱਛਾ ਸੈਕਟਰੀ ਸਾਹਿਬ, ਤੁਸੀਂ ਵੀ ਦੇਖਿਆ ਹੋਵੇਗਾ ਜਿਸ ਤਰੀਕੇ ਦੇ ਨਾਲ ਇੱਥੇ ਕੰਸਟਰਕਸ਼ਨ ਹੋ ਰਹੀ ਹੈ, ਤੁਹਾਨੂੰ ਲੱਗਦਾ ਕਿ ਇਹ ਜਲਦੀ ਇੱਥੋਂ ਜ਼ਮੀਨ ਖਾਲੀ ਕਰਨਗੇ ਇਹ ਪ੍ਰਾਈਵੇਟ ਕੰਪਨੀ? ਨਹੀਂ ਸਰ, ਬਿਲਕੁਲ ਸਰ, ਫਰਮ ਨੇ ਸਾਨੂੰ ਲਿਖ ਕੇ ਦਿੱਤਾ ਹੋਇਆ ਬਈ 10 ਸਾਲ ਬਾਅਦ ਸਾਡੀ ਜਿਹੜੀ ਬਿਲਡਿੰਗ ਹੋਊਗੀ ਸਾਡਾ ਉੱਤੇ ਕੋਈ ਅਧਿਕਾਰ ਨਹੀਂ ਹੋਊਗਾ। ਸਾਨੂੰ ਇਹ ਉਹਨਾਂ ਨੇ ਰਿਟਨ ਦਿੱਤਾ ਹੋਇਆ ਜੀ, ਲਿਖ ਕੇ ਦਿੱਤਾ ਆ ਕਿ ਜਿਹੜੀ ਬਿਲਡਿੰਗ ਅਸੀਂ ਬਣਾ ਲਈ ਆ ਕੰਮ ਕਰਨ ਵਾਸਤੇ ਨਾ, ਉਹਦੇ ਤੇ ਜੇ ਅਸੀਂ ਕੋਈ ਬਣਾਉਣੇ, ਉਹਨਾਂ ਨੇ ਇਹ ਲਿਖ ਕੇ ਦਿੱਤਾ, ਸਾਡੇ ਵਿੱਚ ਦਿੱਤਾ ਸੀ ਜੇ ਅਸੀਂ ਕੋਈ ਬਿਲਡਿੰਗ ਬਣਾਉਣੇ ਆ ਤੇ ਮਤਲਬ ਸਾਨੂੰ ਇਦਾਂ ਨਹੀਂ ਸੀ ਲੱਗਦਾ ਵੀ ਏਡੀ ਬਣੂਗੀ, ਪਰ ਉਹਨਾਂ ਨੇ ਫਿਰ ਵੀ ਇਹ ਗੱਲ ਰੱਖੀ ਸੀ ਸਾਡੇ ਕੋਲ ਵੀ ਜੇ ਅਸੀਂ ਕੋਈ ਉਸਾਰੀ ਕਰਦੇ ਆ ਉੱਤੇ ਸਾਡਾ ਆਉਣ ਵਾਲੇ 10 ਸਾਲਾਂ ਬਾਅਦ ਪੰਚਾਇਤ ਦੀ ਜ਼ਮੀਨ ਹੋਊਗੀ, ਸਾਡਾ ਉੱਤੇ ਕੋਈ ਅਧਿਕਾਰ ਨਹੀਂ ਹੋਊਗਾ। ਪਰ ਜਿੱਥੇ ਇੱਥੇ ਕਹਿੰਦੇ ਨੇ ਕਿ ਫਗਵਾੜੇ ਸ਼ਹਿਰ ਦਾ ਸਾਰਾ ਮਲਬਾ ਲਿਆ ਕੇ ਇੱਥੇ ਪਾ ਦਿੱਤਾ ਗਿਆ, ਇਹ ਤਾਂ ਵਾਹੀਯੋਗ ਜ਼ਮੀਨ ਰਹੀ ਨਹੀਂ ਸੈਕਟਰੀ ਸਾਹਿਬ ਹੁਣ। ਸਰ ਮੈਂ ਤੁਹਾਡੀ ਗੱਲ ਦਾ ਬਿਲਕੁਲ ਜਵਾਬ ਇਹੀ ਆ ਕਿ ਜੇਕਰ ਕੋਈ ਇਦਾਂ ਦੀ ਦਿੱਕਤ ਸੀ ਤਾਂ ਆਪਾਂ ਦੇਖੋ ਪੰਚਾਇਤ ਮੌਕੇ ਦੀ, ਪੰਚਾਇਤ ਰੋਕ ਵੀ ਸਕਦੀ ਆ, ਪੰਚਾਇਤ ਹਟਾ ਵੀ ਸਕਦੀ ਆ, ਪੰਚਾਇਤ ਉਸ ਚੀਜ਼ ਦਾ ਆਬਜੈਕਸ਼ਨ ਲਾਉਣਾ ਚਾਹੀਦਾ ਸੀਗਾ ਵੀ ਇਹ ਆਹ ਕੰਮ ਕਰ ਰਹੇ ਆ। ਅੱਛਾ, ਇਹਦੇ ਉੱਪਰ ਵੀ ਇਹ ਤਰਕ ਦਿੰਦੇ ਨੇ, ਕਹਿੰਦੇ ਨੇ ਕਿ ਲੋਕਡਾਊਨ ਦੌਰਾਨ ਇਹਨਾਂ ਵੱਲੋਂ ਜਿਹੜਾ ਸਾਰਾ ਕੰਮ ਕਰ ਦਿੱਤਾ ਗਿਆ। ਬਿਲਕੁਲ ਨਹੀਂ ਸਰ, 28/2 ਨੂੰ ਲੋਕਡਾਊਨ ਤਾਂ ਤੀਜੇ ਮਹੀਨੇ ਜਾ ਕੇ ਲੱਗਾ ਜੀ, ਮਤਾ ਦੂਜੇ ਮਹੀਨੇ, ਦੂਸਰੇ ਮਹੀਨੇ 'ਚ ਕੋਈ ਲੋਕਡਾਊਨ ਨਹੀਂ। ਅੱਛਾ ਸੈਕਟਰੀ ਸਾਹਿਬ, ਮੈਂ ਆਖਰੀ ਸਵਾਲ ਤੁਹਾਡੇ ਕੋਲ ਲਊਂਗਾ, ਜੇਕਰ ਇਹ ਖਾਲੀ ਕਰਵਾਉਣਾ ਚਾਹੁੰਦੇ ਨੇ, ਸਵਾਲ ਪੁੱਛੋ, ਇੱਧਰ ਹਰ ਸਵਾਲ ਦਾ ਜਵਾਬ ਮੇਰੇ ਕੋਲ ਪਰਫੈਕਟ ਆ, ਕੋਈ ਜਿੰਨੇ ਮਰਜ਼ੀ ਸਵਾਲ ਪੁੱਛੋ ਜੀ। ਆਖਰੀ ਸਵਾਲ ਮੈਂ ਤੁਹਾਡੇ ਕੋਲ ਲਊਂਗਾ, ਜੇਕਰ ਇਹ ਖਾਲੀ ਕਰਵਾਉਣਾ ਚਾਹੁੰਦੇ ਨੇ, ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਪੰਚਾਇਤੀ ਜ਼ਮੀਨ ਦੇ ਉੱਪਰ ਇਸ ਤਰੀਕੇ ਦੇ ਨਾਲ ਕੰਸਟਰਕਸ਼ਨ ਨਹੀਂ ਹੋ ਸਕਦੀ, ਤਾਂ ਕੀ ਤੁਸੀਂ ਇਹਨਾਂ ਦੇ ਨਾਲ ਹੋ ਕੇ ਕੰਪਨੀ ਦੇ ਖਿਲਾਫ ਕਾਰਵਾਈ ਕਰਵਾਓਗੇ, ਛੁਡਵਾ ਕੇ ਦੋਗੇ ਜ਼ਮੀਨ? ਦੇਖੋ ਸਰ, ਬੇਨਤੀ ਇਹ ਆ ਕਿ ਸੈਕਟਰੀ ਹਮੇਸ਼ਾ ਤਾਂ ਪੰਚਾਇਤ ਨਾਲ ਖੜਨਾ ਹੁੰਦਾ ਜੀ। ਪੰਚਾਇਤ ਜੇ ਕਦਮ ਚੱਕਦੀ ਆ, ਇਹ ਜ਼ਮੀਨ ਜਿਹੜੀ ਅਸੀਂ ਨਹੀਂ ਮਤਲਬ ਕਰਾਉਣਾ ਚਾਹੁੰਦੇ, ਇਹ ਆਪਣੇ ਪੱਧਰ ਤੇ ਮਤਾ ਕੈਂਸਲ ਕਰਵਾ ਕੇ ਤਾਂ ਲਿਆਉਣ, ਮੈਂ ਨਾਲ ਖੜੂੰਗਾ ਜੀ। ਧੰਨਵਾਦ ਸੈਕਟਰੀ ਸਾਹਿਬ ਗੱਲਬਾਤ ਕਰਨ ਦੇ ਲਈ। ਬਿਲਕੁਲ, ਥੈਂਕ ਯੂ ਸਰ, ਥੈਂਕ ਯੂ ਤੁਹਾਡਾ ਜੀ, ਧੰਨਵਾਦ ਜੀ। ਤਾਂ ਇਹ ਸੈਕਟਰੀ ਨੇ ਜਿਨ੍ਹਾਂ ਦੇ ਵੱਲੋਂ ਜਿਹੜੀ ਕਿਹਾ ਜਾ ਰਿਹਾ ਸੀਗਾ ਕਿ ਸੈਕਟਰੀ ਅਤੇ ਮਹਿਲਾ ਸਰਪੰਚ ਦੀ ਮਿਲੀ ਭੁਗਤ ਦੇ ਨਾਲ ਜਿਹੜੀ ਹੈ ਉਹ ਜ਼ਮੀਨ ਦਿੱਤੀ ਗਈ ਹੈ। ਸੈਕਟਰੀ ਹੋਣਾ ਦਾ ਕਹਿਣਾ ਕਿ ਇਹ ਜ਼ਮੀਨ ਦੇ ਉੱਪਰ ਟੋਏ ਟਿੱਬੇ ਸੀਗੇ, ਇਸ ਜ਼ਮੀਨ ਨੂੰ ਲੈ ਕੇ ਕੋਈ ਰਾਜੀ ਨਹੀਂ ਸੀਗਾ। ਉਹਨਾਂ ਦਾ ਤਰਕ ਇਹ ਹੈ ਕਿ 3 ਸਾਲ ਦੇ ਲਈ ਕੋਈ ਫ੍ਰੀ ਇਹ ਜ਼ਮੀਨ ਮੰਗਦਾ ਸੀਗਾ, ਤਾਂ ਇਸ ਕਾਰਨ 10 ਸਾਲ ਦੇ ਲਈ ਦਿੱਤੀ ਗਈ ਹੈ। ਤੇ ਜੇਕਰ 10 ਸਾਲ ਬਾਅਦ ਇਹ ਜ਼ਮੀਨ ਲੈਣਾ ਚਾਹੁੰਦੇ ਨੇ, ਭਾਵੇਂ ਇਹਦੇ ਉੱਪਰ ਕੰਸਟਰਕਸ਼ਨ ਹੋ ਗਈ ਹੈ, ਤਾਂ ਉਹ ਕਹਿੰਦੇ ਨੇ ਕਿ ਅਸੀਂ ਉਸ ਨੂੰ ਪੂਰੇ ਓਪਨ ਤਰੀਕੇ ਦੇ ਨਾਲ ਜਿਹੜੀ ਹੈ ਜ਼ਮੀਨ ਦੇਵਾਂਗੇ। ਪਰ ਇਹਦੇ ਨਾਲ ਹੀ ਉਹਨਾਂ ਇਹ ਵੀ ਗੱਲ ਕਹੀ ਹੈ ਕਿ ਜਿਹੜੀ ਹੈ ਵੀ ਕੰਸਟਰਕਸ਼ਨ ਜਿਹੜੀ ਇਸ ਤਰੀਕੇ ਦੇ ਨਾਲ ਪੰਚਾਇਤੀ ਜ਼ਮੀਨ ਦੇ ਵਿੱਚ ਨਹੀਂ ਹੋ ਸਕਦੀ। ਮਹਿਲਾ ਸਰਪੰਚ ਨੇ ਤਾਂ ਫੋਨ ਨਹੀਂ ਚੁੱਕਿਆ। ਆਖਰੀ ਵਾਰ ਨੰਬਰਦਾਰ ਹੋਣਾ ਤੋਂ ਇੱਕ ਵਾਰ ਸਪਸ਼ਟੀਕਰਨ ਲੈ ਲੈਣੇ, ਕਿਉਂਕਿ ਇਹਨਾਂ ਨੇ ਸਾਰੀ ਗੱਲਬਾਤ ਜਿਹੜੀ ਸੈਕਟਰੀ ਦੀ ਸੁਣੀ ਹੈ। ਕੋਈ ਕਹਿਣਾ ਚਾਹੁੰਦੇ ਹੋ ਸੈਕਟਰੀ ਦੀ ਗੱਲਬਾਤ ਤੋਂ ਬਾਅਦ? ਨਹੀਂ, ਸੈਕਟਰੀ ਸਾਹਿਬ ਇਹ ਕਹਿ ਰਹੇ ਆ ਕਿ ਪਹਿਲਾਂ ਤਾਂ ਉਹ 3 ਸਾਲ ਦੀ ਗੱਲ ਕਰ ਰਹੇ ਆ, ਉਹ ਤੁਸੀਂ ਮੈਂ ਤੁਹਾਨੂੰ ਕਿਹਾ ਕਿ ਪਿੰਡ ਦੇ ਕਿਸੇ ਵੀ ਜ਼ਿਮੀਂਦਾਰ ਨੂੰ ਪੁੱਛ ਸਕਦੇ ਆ ਕਿ ਕਿੰਨੇ ਸਾਲ ਲਈ ਕਹਿੰਦੇ ਸੀ। ਮੈਂ ਜੇ 1 ਸਾਲ ਲੈ ਕੇ ਆ ਤਾਂ ਸਾਰੇ ਮੈਨੂੰ ਪਤਾ, ਕਿਉਂਕਿ ਮੈਂ ਪਿਛਲੀਆਂ ਬੋਲੀਆਂ ਵਿੱਚ ਮੈਂ ਬਹਿੰਦਾ ਆ, ਸੁਣੀ ਦੀ ਆਇਆ, ਅਤੇ ਉਹਦੇ ਵਿੱਚ 1 ਸਾਲ ਹੀ ਕਹਿ ਰਹੇ ਸੀ। ਪਰ ਗੱਲ ਹੈ ਹੁਣ ਜੇ ਉਹ ਕਹਿ ਰਹੇ ਸੀ ਕਿ ਇਹ ਤੁਸੀਂ ਉਹਨੂੰ ਪੁੱਛਿਆ ਸੀ ਕਿ ਇਹ ਕੰਸਟਰਕਸ਼ਨ ਕਿੱਦਾਂ ਹੋ ਗਈ, ਇਹ ਮਤਲਬ ਕਿ ਇਹ ਜੋ ਲੋਕਡਾਊਨ ਮਾਰਚ ਵਿੱਚ ਸ਼ੁਰੂ ਹੋਇਆ, ਮਾਰਚ ਤੋਂ ਲੈ ਕੇ ਇਹਨਾਂ ਨੇ ਅੱਜ ਤੱਕ ਕਹਿ ਲਓ 8-9 ਮਹੀਨਿਆਂ 10 ਮਹੀਨਿਆਂ ਵਿੱਚ ਉਦੋਂ ਇਹ ਬਿਲਡਿੰਗ ਉਸਾਰੀ ਕੀਤੀ ਆ।
ਕਿਉਂਕਿ ਜੇ ਨੰਬਰਦਾਰ ਸਾਹਿਬ, ਜੇਕਰ ਇੱਕ ਗੱਲ ਦੇਖੀ ਜਾਏ, ਭਾਵੇਂ ਲੋਕਡਾਊਨ ਲੱਗਾ, ਲੋਕਡਾਊਨ ਦੇ ਦੌਰਾਨ ਪਿੰਡ ਦੇ ਵਿੱਚ ਕੰਸਟਰਕਸ਼ਨ ਹੁੰਦੀ ਤਾਂ ਨਜ਼ਰ ਆਉਂਦੀ ਹੈ ਨਾ ਜੀ, ਪਰ ਗੱਲ ਇਹ ਹੈ ਜੀ, ਜੇ ਹੁਣ ਕੋਈ ਹੋਰ ਨਹੀਂ ਬੋਲਦਾ ਤਾਂ ਇਹਦੇ ਬਾਰੇ ਮੈਂ ਕਿਸੇ ਦਾ ਸਪਸ਼ਟੀਕਰਨ ਨਹੀਂ ਦੇ ਸਕਦਾ। ਮੈਨੂੰ ਜਿੱਥੇ ਗਲਤ ਲੱਗਾ ਜੀ, ਮੈਂ ਉੱਥੇ ਉਹਦੀ ਪੈਰਵੀ ਸ਼ੁਰੂ ਇੱਕ ਚੀਜ਼ ਤੁਸੀਂ ਮੰਨਦੇ ਹੋ ਕਿ ਇਕੱਲੀ ਸਰਪੰਚ ਦੀ ਗਲਤੀ ਨਹੀਂ, ਫਿਰ ਪੂਰੇ ਪਿੰਡ ਦੀ ਗਲਤੀ ਮੰਨੀ ਜਾ ਸਕਦੀ, ਕਿਉਂਕਿ ਪੂਰਾ ਪਿੰਡ ਦੇਖਦਾ ਰਿਹਾ ਜਦੋਂ ਕੰਸਟਰਕਸ਼ਨ ਹੁੰਦੀ ਰਹੀ, ਉਦੋਂ ਕੋਈ ਬੋਲਿਆ ਨਹੀਂ। ਪਰ ਜਦੋਂ ਕੋਈ ਉਹਨੂੰ ਪੁੱਛਦਾ ਸੀ ਸਰਪੰਚ ਨੂੰ, ਕਿਉਂਕਿ ਪੰਚਾਂ ਨੂੰ ਤਾਂ ਕਦੀ ਉਹਨਾਂ ਨੇ ਹੱਕ ਵਿੱਚ ਨਾਲ ਲੈ ਕੇ ਗੱਲ ਕੀਤੀ ਆ, ਨਾ ਕੋਈ ਉਹਨਾਂ ਸਾਹਮਣੇ ਕਦੀ ਕੋਈ ਮਤਾ ਪਾਇਆ, ਨਾ ਕੋਈ ਇਜਲਾਸ ਕਦੀ ਕੀਤਾ। ਇਹਦੇ ਬਾਰੇ ਉਹ ਸਾਰੇ ਪੰਚ ਵੀ ਪਹਿਲਾਂ ਵੀ ਦੱਸ ਚੁੱਕੇ ਆ ਤੇ ਡੀਡੀਓ ਸਾਹਿਬ ਦੇ ਵੀ ਦੱਸ ਚੁੱਕੇ ਆ ਕਿ ਕਦੇ ਨਾ ਉੱਪਰਲੀ ਕੋਈ ਇਜਲਾਸ ਸੱਦਿਆ ਗਿਆ, ਤੇ ਜਦੋਂ ਕੋਈ ਸਾਈਨ ਕਰਾਉਣੇ ਸੀ ਤੇ ਘਰੋਂ ਘਰੀ ਰਜਿਸਟਰ ਭੇਜ ਦਿੰਦੇ ਸੀ ਕਿ ਇੱਥੇ ਆ ਕਰ ਦਿਓ। ਅਗਲਾ ਕਹਿੰਦਾ ਚਲੋ ਮੇਰੇ ਗਲੀ ਮੁਹੱਲੇ ਦਾ ਕੋਈ ਕੰਮ ਹੋਣਾ ਜਾਂ ਕਰਦੇ, ਉਹ ਕਰ ਦਿੰਦੇ ਸੀ। ਤੇ ਜਦੋਂ ਪਿੰਡ ਦਾ ਕੋਈ ਪੁੱਛਦਾ, ਉਹਨਾਂ ਨੇ ਸਿਰਫ ਸਰਪੰਚ ਤੋਂ ਹੀ ਪੁੱਛਣਾ ਸੀ ਕਿ ਇਹ ਚੀਜ਼ ਕਿੱਦਾਂ ਹੋ ਗਈ ਆ। ਉਹਨੂੰ ਜਵਾਬ ਇਹ ਮਿਲਦਾ ਸੀ ਕਿ ਜੀ ਇਹ ਲੀਗਲ ਤੌਰ ਤੇ ਗਈ ਆ। ਹੁਣ ਉਹ ਲੀਗਲ ਤੌਰ ਲਈ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਕੋਈ ਕੋਰਟਾਂ ਕਚਹਿਰੀਆਂ ਜਾਂ ਕਿਸੇ ਦਫ਼ਤਰਾਂ ਦੇ ਗੇੜੇ ਮਾਰ ਕੇ ਕੋਈ ਰਾਜੀ ਨਹੀਂ ਜੀ, ਨਾ ਕੋਈ ਟਾਈਮ ਇੰਨਾ ਕੱਢਦਾ। ਅਗਲਾ ਕਹਿੰਦਾ ਜੀ ਠੀਕ ਹੈ ਜੀ, ਅਗਲੇ ਨੇ ਕਹਿ ਦਿੱਤਾ ਤਾਂ ਸੱਚ ਹੋਣੀ ਆ, ਉਹ ਸੱਚ ਮੰਨ ਕੇ ਬੈਠੇ ਸੀ। ਪਰ ਅੱਜ ਇਹ ਚੀਜ਼ ਜਦੋਂ ਜ਼ਾਹਰ ਹੋਈ ਆ, ਤੇ ਹੁਣ ਤੁਹਾਡੇ ਸਾਹਮਣੇ ਸੈਕਟਰੀ ਸਾਹਿਬ ਵੀ ਇਹੀ ਕਹਿ ਰਹੇ ਆ ਕਿ ਜੇ ਤੁਹਾਨੂੰ ਗਲਤ ਲੱਗਦਾ ਤਾਂ ਮੈਂ ਉਸੇ ਤਰ੍ਹਾਂ ਦੁਆਰਾ ਵੀ ਮਤਾ ਪਾ ਕੇ ਕੈਂਸਲ ਕਰਵਾ ਦਿੰਦੇ ਆ। ਇਹ ਤੁਹਾਡੇ ਤੇ ਉਹਨਾਂ ਨੇ ਕਹਿ ਲਓ ਜੀ ਆਪੇ ਹੀ ਗੇਮ ਖੇਡ ਕੇ ਹੁਣ ਆਪ ਹੀ ਉਹ ਕਹਿ ਰਿਹਾ ਕਿ ਮੈਂ ਇਹਨੂੰ ਬਚਾ ਵੀ ਸਕਦਾ, ਪਰ ਹੁਣ ਇਹ ਆਪ ਹੀ ਦੱਸਣਗੇ ਕਿੱਦਾਂ ਬਚਾਉਣਗੇ ਇਸ ਚੀਜ਼ ਨੂੰ। ਅੱਛਾ, ਆਖਰੀ ਸਵਾਲ ਮੈਂ ਤੁਹਾਡੇ ਤੋਂ ਲਵਾਂਗਾ, ਹੁਣ ਤੁਹਾਡੀ ਕੋਈ ਗੱਲਬਾਤ ਹੋਈ ਵੀਡੀਓ ਨਾਲ, ਕਿੱਦਣ ਬੈਠ ਕੇ ਤੁਸੀਂ ਇਸ ਮਸਲੇ ਦਾ ਹੱਲ ਕਰ ਰਹੇ ਹੋ, ਜਾਂ ਤੁਹਾਡਾ ਕਦੋਂ ਹੱਲ ਹੋ ਨਹੀਂ, ਸਕਦਾ? ਮੇਰੀ ਕੋਈ ਗੱਲਬਾਤ ਨਹੀਂ। ਉਹ ਜਿਹੜੇ DDPO ਸਾਹਿਬ ਦੇ ਜਾਂ ਆਫੀਸਰ ਆਏ ਸੀ ਉਸ ਦਿਨ ਮੌਕਾ ਦੇਖਣ 2 ਦਿਨ ਪਹਿਲਾਂ, ਉਹਨਾਂ ਨੇ ਇਹੀ ਕਿਹਾ ਸੀ ਕਿ ਵੀਰਵਾਰ ਨੂੰ ਇਹਨਾਂ ਨੂੰ ਸੱਦਿਆ, ਸਰਪੰਚ ਨੂੰ ਜਾਂ ਸੈਕਟਰੀ ਨੂੰ, ਕਿ ਮੇਰੇ ਕੋਲ ਸਾਰਾ ਰਿਕਾਰਡ ਪਹੁੰਚ ਗਿਆ ਆ ਤੇ ਜੋ ਇਹਦੇ ਬਾਰੇ ਕਾਨੂੰਨੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਇਹ ਪਿੰਡ ਦੇ ਨੰਬਰਦਾਰ ਨੇ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਜ਼ਮੀਨ ਹੈ ਪ੍ਰਾਈਵੇਟ ਹੱਥਾਂ ਦੇ ਵਿੱਚ ਗਈ ਹੈ। ਤਾਂ ਤੁਹਾਨੂੰ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾ ਦਿੰਦੇ ਹਾਂ ਦੁਬਾਰਾ। ਇਹ ਕੰਸਟਰਕਸ਼ਨ ਹੋਈ ਹੈ 21 ਕਨਾਲ ਜਿਹੜੀ ਹੈ ਪਿੰਡ ਵਿਰਕ ਦੀ ਇਹ ਜ਼ਮੀਨ ਹੈਗੀ ਆ, ਤਾਰਾਂ ਲੱਗੀਆਂ ਹੋਈਆਂ ਨੇ, ਪੂਰੀ ਜਿਹੜੀ ਵਲਗਣ ਵੀ ਇਹਦੀ ਜ਼ਮੀਨ ਦੀ ਕਰ ਲਈ ਗਈ ਹੈ। ਇੱਥੇ ਇੱਕ ਖੁੰਬਾਂ ਦਾ ਵੱਡਾ ਫਾਰਮ ਲੱਗਣ ਜਾ ਰਿਹਾ, ਇੱਕ ਪ੍ਰਾਈਵੇਟ ਕੰਪਨੀ ਦੇ ਵੱਲੋਂ ਇੱਥੇ ਲਗਾਇਆ ਜਾ ਰਿਹਾ, ਜਿਸ ਤੋਂ ਲੈ ਕੇ ਜਿਹੜਾ ਉਹ ਪਿੰਡ ਵਾਸੀ ਇਤਰਾਜ਼ ਜ਼ਾਹਰ ਕਰ ਰਹੇ ਨੇ ਕਿ ਇਹ ਜਿਹੜੀ ਹੈ ਕੋਡੀਆਂ ਦੇ ਭਾਅ ਜ਼ਮੀਨ ਦਿੱਤੀ ਗਈ ਹੈ, ਕਿਉਂਕਿ 21 ਕਨਾਲ ਜਿਹੜੀ ਜ਼ਮੀਨ ਹੈ ਉਹ ਸਿਰਫ 30,000 ਰੁਪਏ ਜਿਹੜੀ ਸਾਲਾਨਾ ਠੇਕੇ ਦੇ ਉੱਪਰ ਦਿੱਤੀ ਗਈ ਹੈ। ਤਾਂ 10 ਸਾਲ ਦੇ ਲਈ ਇਹ ਜ਼ਮੀਨ ਦੇ ਦਿੱਤੀ ਗਈ ਹੈ। ਉਧਰ ਸੈਕਟਰੀ ਆਪਣਾ ਪੱਖ ਰੱਖ ਰਹੇ ਨੇ ਕਿ ਸਾਡੇ ਇਹਦੇ ਵਿੱਚ ਕੋਈ ਇਤਰਾਜ਼ ਨਹੀਂ, ਜੇਕਰ ਪਿੰਡ ਦੀ ਪੰਚਾਇਤ ਚਾਹਵੇ ਤਾਂ ਇਹਨੂੰ ਮਤੇ ਨੂੰ ਦੁਬਾਰਾ ਕੈਂਸਲ ਕਰਵਾ ਲੈਣ। ਉਹ ਕਹਿੰਦੇ ਨੇ ਕਿ ਪਿੰਡ ਦੀ ਸਹਿਮਤੀ ਦੇ ਨਾਲ ਹੋਈ ਹੈ, ਪਰ ਪਿੰਡ ਦੇ ਕੁਝ ਪੰਚ ਕਹਿੰਦੇ ਨੇ ਕਿ ਸਾਡੇ ਕੋਲ ਜਿਹੜਾ ਉਹ ਗਲਤ ਤਰੀਕੇ ਦੇ ਨਾਲ ਸਾਈਨ ਕਰਵਾ ਕੇ ਇਸ ਮਸਲੇ ਦਾ ਜਿਹੜਾ ਉਹ ਨਿਪਟਾਰਾ ਕਰਵਾਇਆ ਗਿਆ। ਤਾਂ ਉਧਰ ਮਹਿਲਾ ਸਰਪੰਚ ਦੇ ਵੱਲੋਂ ਫੋਨ ਨਹੀਂ ਚੁੱਕਿਆ ਗਿਆ, ਉਹਨਾਂ ਦੇ ਨਾਲ ਗੱਲਬਾਤ ਨਹੀਂ ਹੋ ਸਕੀ। ਬਹਰਹਾਲ ਹੁਣ ਸੱਚਾਈ ਕੀ ਹੈ, ਇਸ ਮਸਲੇ ਦਾ ਹੱਲ ਕਿਵੇਂ ਨਿਕਲਦਾ ਹੈ, ਇਹਨਾਂ ਦੇ ਵੱਲੋਂ ਜਿਹੜੀ ਹੈ DC ਅਤੇ BDO ਤੱਕ ਪਹੁੰਚ ਕੀਤੀ ਗਈ ਹੈ, ਜਿਸ ਤੋਂ ਬਾਅਦ ਜਿਹੜਾ ਮਾਮਲੇ ਦੀ ਸੁਣਵਾਈ ਹੋਵੇਗੀ। ਕੈਮਰਾਮੈਨ ਰਵਿੰਦਰ ਕੁਮਾਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਫਗਵਾੜਾ, ਪਿੰਡ ਵਿਰਕ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।